ਜ਼ਿੰਦਗੀ ਦੇ ਰੁਝੇਵੇਂ ਬੜੇ ਹੁੰਦੇ ਨੇ, ਤੁਹਾਡੇ ਸਾਰਿਆਂ ਦੇ ਵੀ ਬੜੇ ਰਹੇ ਹੋਣਗੇ ਤੇ ਖਾਸ ਕਰਕੇ ਹੁਣ ਥੋੜਾ ਚਾਅ ਜਿਹਾ ਚੜ੍ਹਦਾ ਕਿ ਦਿਨ ਵੱਡੇ ਹੋਣੇ ਸ਼ੁਰੂ ਹੋ ਗਏ ਨੇ। ਬਿਲਕੁਲ। ਗੱਲ ਨਿਊਜ਼ੀਲੈਂਡ ਦੀ ਕਰਦੇ ਆ ਤੇ ਵਾਕਈ ਜਿਹੜੇ ਸਥਾਨਕ ਮੁੱਦੇ ਨੇ ਉਹਨਾਂ ਤੇ ਕਈ ਵਾਰੀ ਗੱਲ ਕਰਨ ਤੋਂ ਅਸੀਂ ਕਤਰਾ ਵੀ ਜਾਂਦੇ ਆ, ਪਰ ਮੈਂ ਬਹੁਤ ਚੀਜ਼ਾਂ ਦਾ ਨੁਕਸਾਨ ਕਈ ਵਾਰ ਹੋ ਜਾਂਦਾ। ਸਾਡੇ ਸਮਾਜ ਦੇ ਵਿੱਚ ਵਿਚਰਦਿਆਂ ਬੜੀਆਂ ਚੀਜ਼ਾਂ, ਬੜੇ ਨਿੱਕੇ ਨਿੱਕੇ ਮੁੱਦੇ ਤੁਹਾਡੇ ਸਾਹਮਣੇ ਆਉਂਦੇ ਨੇ ਜਿਨ੍ਹਾਂ ਤੇ ਆਪਾਂ ਅਕਸਰ ਕਹਿੰਦੇ ਆ ਕਿ ਗੱਲ ਹੋਣੀ ਚਾਹੀਦੀ ਹੈ। ਜਿਵੇਂ ਤੁਸੀਂ ਅੰਕੜਿਆਂ ਦੀ ਵੀ ਗੱਲ ਕੀਤੀ ਹੈ, ਅਸੀਂ ਥੋੜੀ ਦੇਰ ਪਹਿਲਾਂ ਵੀ ਜਿਵੇਂ ਆਪਾਂ ਪੜ੍ਹ ਰਹੇ ਸੀਗੇ ਤੇ ਉਹਦੇ ਵਿੱਚ 2018 ਦੇ ਜਿਹੜੇ ਅੰਕੜੇ ਸੀਗੇ ਉਹ ਦਿਖਾ ਰਹੇ ਸੀਗੇ ਕਿ ਉਸ ਟਾਈਮ 22% ਜਿਹੜੇ ਲੋਕ ਸੀ ਇਸ ਇਸ਼ੂ ਦੇ ਨਾਲ ਜੂਝ ਰਹੇ ਸੀ, ਪਰ 2021 ਤੱਕ ਆਉਂਦੇ ਆਉਂਦੇ ਇਹ 22% ਤੋਂ 28% ਹੋ ਗਏ। ਜੇ ਆਪਾਂ ਕਹੀਏ ਕਿ ਸਾਡੀ ਇਸ਼ੂਜ਼ ਹੈਗੇ ਨੇ ਉਹ ਘਟਣ ਦੀ ਬਜਾਏ ਲਗਾਤਾਰ ਵਧ ਰਹੇ ਨੇ। ਹੁਣ ਮੈਂ ਕਿਹਦੇ ਨਾਲ ਗੱਲ ਕਰਾਂ ਤੇ ਮੈਨੂੰ ਇੰਜ ਮਹਿਸੂਸ ਹੁੰਦਾ ਕਿ ਉਹ ਪੁਆਇੰਟ ਇਦਾਂ ਦਾ ਪੁਆਇੰਟ ਹੁੰਦਾ ਕਿ ਜਿੱਥੇ ਆ ਕੇ ਤੁਸੀਂ ਫਿਰ ਇਕੱਲਾ ਮਹਿਸੂਸ ਕਰਨਾ ਸ਼ੁਰੂ ਕਰ ਦਿਓ। ਸਮੱਸਿਆ ਆ ਇਹ ਸਿਰਫ ਵੱਡਿਆਂ ਦੇ ਵਿੱਚ ਜਾਂ ਬਜ਼ੁਰਗਾਂ ਦੇ ਵਿੱਚ ਨਹੀਂ ਆ, ਜੇ ਆਪਾਂ ਇੱਥੇ ਬਾਹਰ ਨਿਕਲ ਕੇ ਦੇਖੀਏ ਤੇ ਬੱਚਿਆਂ ਦੇ ਵਿੱਚ ਵੀ ਇਹ ਚੀਜ਼ ਸਾਨੂੰ ਦੇਖਣ ਨੂੰ ਮਿਲਦੀ ਆ, ਹੈਨਾ। ਸੋ ਮੈਂ ਉੱਥੇ ਵੀ ਬੱਚਿਆਂ ਨੂੰ ਕਿਹਾ ਸੀਗਾ ਕਿ ਜੇ ਤੁਹਾਡੇ ਸਕੂਲਾਂ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਹੁੰਦਾ ਹੈ ਕਿ ਤੁਸੀਂ ਖੇਡ ਰਹੇ ਹੋ, ਤੁਸੀਂ ਖਾ ਪੀ ਰਹੇ ਹੋ, ਪਰ ਤੁਹਾਨੂੰ ਦਿਖ ਰਿਹਾ ਹੈ ਕਿ ਇੱਕ ਬੱਚਾ ਜਿਹੜਾ ਆ ਉਹ ਅਲੱਗ ਬੈਠਾ ਆ, ਉਹ ਨਾ ਹੀ ਆਪਣਾ ਲੰਚ ਲੈ ਰਿਹਾ ਹੈ, ਨਾ ਹੀ ਕਿਸੇ ਦੇ ਨਾਲ ਖੇਡ ਰਿਹਾ ਆ। ਸੋ ਥੋੜਾ ਜਿਹੀ ਕੋਸ਼ਿਸ਼ ਕਰੋ ਕਿ ਉਹਦੇ ਨਾਲ ਗੱਲਬਾਤ ਕੀਤੀ ਜਾਵੇ, ਉਹਨੂੰ ਪੁੱਛਿਆ ਜਾਵੇ ਕਿ ਕੋਈ ਇਸ਼ੂ ਹੈ, ਕੋਈ ਪ੍ਰੋਬਲਮ ਹੈ, ਤੂੰ ਖਾ ਕਿਉਂ ਨਹੀਂ ਰਿਹਾ, ਤੂੰ ਖੇਡ ਕਿਉਂ ਨਹੀਂ ਰਿਹਾ। ਜੇ ਉਹ ਬੱਚਾ ਖੇਡਣ ਆ ਰਿਹਾ ਹੈ ਸੋ ਉਹ ਜਿਹੜੇ ਥੋੜੇ ਜਿਹੇ ਪਲ ਨੇ ਤੁਸੀਂ ਉਹਨੂੰ ਖੁਸ਼ੀ ਦੇ ਪਾ ਰਹੇ ਹੋ। ਸੋ ਚਾਹੇ ਬੇਸ਼ੱਕ ਉਹਦਾ ਹੱਲ ਨਹੀਂ ਕੱਢਿਆ ਜਾ ਰਿਹਾ, ਬਟ ਐਟਲੀਸਟ ਉਹਨੂੰ ਥੋੜੀ ਦੇਰ ਦੀ ਖੁਸ਼ੀ ਤਾਂ ਤੁਸੀਂ ਦੇ ਹੀ ਰਹੇ ਹੋ। ਨਾਲੇ ਨਾ ਇੱਕ ਇੱਥੇ ਇਹ ਵੀ ਚੀਜ਼ ਹੈਗੀ ਹੈ ਕਿ ਇੱਥੇ ਸਾਡੇ ਨਾਲ ਕੋਈ ਨਹੀਂ ਹੁੰਦਾ ਹੈਗਾ। ਆਪਾਂ ਪੰਜਾਬ ਦੀ ਗੱਲ ਕਰੀਏ, ਉੱਥੇ ਸਾਡੀਆਂ ਮਾਵਾਂ ਸੱਸਾਂ ਸਾਰੀਆਂ ਸਾਡੇ ਨਾਲ ਹੁੰਦੀਆਂ ਨੇ। ਇੱਥੇ ਥੋੜਾ ਜਿਹਾ ਇਹ ਵੀ ਹੋ ਜਾਂਦਾ ਕਿ ਆਪਣੇ ਨਾਲ ਕੋਈ ਨਹੀਂ ਹੁੰਦਾ, ਸਲਾਹ ਦੇਣ ਵਾਲਾ ਨਹੀਂ, ਕੋਈ ਦੱਸਣ ਵਾਲਾ ਨਹੀਂ ਹੈਗਾ। ਕਾਫੀ ਪਰਿਵਾਰ ਕਾਫੀ, ਹਾਂਜੀ, ਹੈਨਾ। ਮੈਂ ਇੱਕ ਚੀਜ਼ ਹੋਰ ਵੀ ਨੋਟਿਸ ਕੀਤੀ ਹੈ ਕਿ ਜਦੋਂ ਕੋਈ ਔਰਤ ਮਾਂ ਬਣਨ ਵਾਲੀ ਹੁੰਦੀ ਆ ਤੇ ਜਿਹੜੀਆਂ ਸਲਾਹਾਂ ਦੇਣ ਵਾਲੀਆਂ ਹੁੰਦੀਆਂ ਵੀ ਨੇ, ਕੁੜੀਆਂ ਚਿੜੀਆਂ ਜਾਂ ਕੁਝ ਹੋਰ, ਮੈਂ ਅਕਸਰ ਦੇਖਿਆ ਕਿ ਉਹ ਜ਼ਿਆਦਾਤਰ ਆਪਣੀਆਂ ਨੈਗੇਟਿਵ ਚੀਜ਼ਾਂ ਹੀ ਸ਼ੇਅਰ ਕਰਦੀਆਂ ਨੇ। ਪੰਜਾਬੀ ਵਾਈਬਸ ਦੇਖਣ ਤੇ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਜਸਪ੍ਰੀਤ ਤੇ ਮੇਰੇ ਨਾਲ ਹਰਜੀਤ ਭੈਣ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜਸਪ੍ਰੀਤ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਉਮੀਦ ਕਰਦੇ ਹਾਂ ਸਾਡੇ ਦੇਖਣ ਸੁਣਨ ਵਾਲੇ ਸਾਰੇ ਠੀਕ ਠਾਕ ਹੋਣਗੇ, ਤੰਦਰੁਸਤ ਹੋਣਗੇ। ਕਾਫੀ ਲੰਬੇ ਵਕਫੇ ਦੇ ਬਾਅਦ ਆਪਣੀ ਅੱਜ ਹਾਜ਼ਰੀ ਲੱਗ ਰਹੀ ਹੈ। ਬਿਲਕੁਲ ਜੀ। ਤੇ ਕਿਉਂਕਿ ਜ਼ਿੰਦਗੀ ਦੇ ਰੁਝੇਵੇਂ ਬੜੇ ਹੁੰਦੇ ਨੇ, ਤੁਹਾਡੇ ਸਾਰਿਆਂ ਦੇ ਵੀ ਬੜੇ ਰਹੇ ਹੋਣਗੇ ਤੇ ਖਾਸ ਕਰਕੇ ਹੁਣ ਥੋੜਾ ਚਾਅ ਜਿਹਾ ਚੜ੍ਹਦਾ ਕਿ ਦਿਨ ਵੱਡੇ ਹੋਣੇ ਸ਼ੁਰੂ ਹੋ ਗਏ ਨੇ। ਬਿਲਕੁਲ, ਜਿੱਦਾਂ ਜਿੱਦਾਂ ਦਿਲ ਖੁੱਲਣੇ ਸ਼ੁਰੂ ਹੋਏ ਨੇ, ਹੁਣ ਇਹ ਵੀ ਆ ਰਹੀ ਆ ਆਸ ਕਿ ਹੁਣ ਅਸੀਂ ਜਲਦੀ ਤੁਹਾਡੇ ਰੂਬਰੂ ਹੋਇਆ ਕਰਾਂਗੇ, ਕਿਉਂਕਿ ਮੌਸਮ ਥੋੜਾ ਜਿਹਾ ਸੁਹਾਵਣਾ, ਖੁੱਲਾ, ਸੂਰਜ ਦੇ ਦਰਸ਼ਨ ਹੋਣੇ ਸ਼ੁਰੂ ਹੋ ਗਏ ਨੇ। ਜੀ ਬਿਲਕੁਲ। ਸੋ ਕੁਛ ਰੁਝੇਵਿਆਂ ਦੇ ਕਰਕੇ ਲੰਬੇ ਸਮੇਂ ਦੇ ਲਈ ਗੈਰ ਹਾਜ਼ਰੀ, ਉਹਦੇ ਲਈ ਅਸੀਂ ਖਿਮਾ ਦੇ ਜਾਚਕ ਹਾਂ। ਨਿਊਜ਼ੀਲੈਂਡ ਦੇ ਵਿੱਚ ਜਿਵੇਂ ਭੈਣ ਆਪਾਂ ਗੱਲ ਕਰਦੇ ਸੀਗੇ, ਹਾਂਜੀ, ਕਿ ਅਸੀਂ ਜਦੋਂ ਗੱਲ ਨਿਊਜ਼ੀਲੈਂਡ ਦੀ ਕਰਦੇ ਹਾਂ ਤੇ ਵਾਕਈ ਜਿਹੜੇ ਸਥਾਨਕ ਮੁੱਦੇ ਨੇ ਉਹਨਾਂ ਤੇ ਕਈ ਵਾਰੀ ਗੱਲ ਕਰਨ ਤੋਂ ਅਸੀਂ ਕਤਰਾ ਵੀ ਜਾਂਦੇ ਹਾਂ, ਪਰ ਮੈਂ ਇਸ ਚੀਜ਼ ਦੇ ਲਈ ਬੜਾ ਐਪਰੀਸ਼ੀਏਟ ਕਰਨਾ ਚਾਹੁੰਦੀ ਉਹਨਾਂ ਸਾਰੀਆਂ ਆਰਗੇਨਾਈਜੇਸ਼ਨਸ ਨੂੰ ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਚੀਜ਼ਾਂ ਦੀ ਬਾਤ ਪਾਉਣੀ ਸ਼ੁਰੂ ਕੀਤੀ। ਬਹੁਤ ਚੀਜ਼ਾਂ ਦਾ ਨੁਕਸਾਨ ਕਈ ਵਾਰ ਹੋ ਜਾਂਦਾ ਸਾਡੇ ਸਮਾਜ ਦੇ ਵਿੱਚ ਵਿਚਰਦਿਆਂ, ਬੜੀਆਂ ਚੀਜ਼ਾਂ, ਬੜੇ ਨਿੱਕੇ ਨਿੱਕੇ ਮੁੱਦੇ ਤੁਹਾਡੇ ਸਾਹਮਣੇ ਆਉਂਦੇ ਨੇ ਜਿਨ੍ਹਾਂ ਤੇ ਆਪਾਂ ਅਕਸਰ ਕਹਿੰਦੇ ਆ ਕਿ ਗੱਲ ਹੋਣੀ ਚਾਹੀਦੀ ਹੈ। ਆਪਾਂ ਇਹ ਵੀ ਪਹਿਚਾਣਦੇ ਆ ਕਿ ਗੱਲ ਹੁੰਦੀ ਨਹੀਂ, ਪਰ ਫਿਰ ਵੀ ਕਿਤੇ ਨਾ ਕਿਤੇ ਅਸੀਂ ਇਹਨਾਂ ਗੱਲਾਂ ਨੂੰ ਸ਼ਾਇਦ ਖੁੱਲ੍ਹ ਕੇ ਇੰਨਾ ਡਿਸਕਸ ਨਹੀਂ ਕਰਦੇ, ਜਾਂ ਕਹਿ ਲਈਏ ਕਿ ਇੰਨੇ ਪਲੇਟਫਾਰਮ ਹਜੇ ਨਹੀਂ ਸਾਨੂੰ ਮੁਹੱਈਆ ਹੋਏ ਕਿ ਅਸੀਂ ਖੁੱਲ੍ਹ ਕੇ ਗੱਲਾਂ ਬਾਤਾਂ ਕਰੀਏ। ਬਿਲਕੁਲ। ਮੈਂ ਪਿੱਛੇ ਜਿਹੇ ਮੇਰੇ ਖਿਆਲ 2 ਹਫ਼ਤੇ ਪਹਿਲਾਂ ਦੀ ਗੱਲ ਹੈ ਕਿ ਵਿਆਬ ਦੇ ਵੱਲੋਂ ਇੱਕ ਇਵੈਂਟ ਆਰਗੇਨਾਈਜ਼ ਕੀਤਾ ਸੀ। ਹਰਮੀਤ ਖੁਰਾ ਨੇ, ਨਵਰੂਪ ਰੰਧਾਵਾ ਹੋਰਾਂ ਦੇ ਵੱਲੋਂ ਇਵੈਂਟ ਨੂੰ ਕਰਵਾਇਆ ਗਿਆ ਸੀ। ਹਰਮੀਤ ਖੁਰਾ ਨੇ ਜਿਵੇਂ ਉਸ ਇਵੈਂਟ ਨੂੰ ਆਰਗੇਨਾਈਜ਼ ਕੀਤਾ, ਮੈਂਟਲ ਹੈਲਥ ਦੀ ਗੱਲ ਉਸ ਦੇ ਵਿੱਚ ਹੋਈ, ਕਿਉਂਕਿ ਇਹ ਮਹੀਨੇ ਦੇ ਵਿੱਚ ਮੈਂਟਲ ਹੈਲਥ ਅਵੇਅਰਨੈਸ ਦੀ ਸਾਰੀ ਉਹ ਗੱਲ ਕਰਨ ਤੇ ਜ਼ੋਰ ਦਿੱਤਾ ਜਾਂਦਾ ਹੈ। ਹਾਂਜੀ, ਅਲੱਗ-ਅਲੱਗ ਜਿਹੜੇ ਦਿਨ ਨੇ ਉਹਨਾਂ ਨੂੰ ਮਿਥਿਆ ਜਾਂਦਾ ਹੈ ਸਰਕਾਰਾਂ ਦੇ ਵੱਲੋਂ, ਕਿਉਂਕਿ ਇਹਨਾਂ ਚੀਜ਼ਾਂ ਦੀ ਇੰਪੋਰਟੈਂਸ ਬੜੀ ਹੈ, ਮਹੱਤਤਾ ਬੜੀ ਹੈ। ਜਿਵੇਂ ਇਸ ਹਫ਼ਤੇ ਨੂੰ ਮੈਂਟਲ ਹੈਲਥ ਅਵੇਅਰਨੈਸ ਵੀਕ ਦੇ ਵਜੋਂ ਮਾਰਕ ਕੀਤਾ ਜਾਂਦਾ। ਸੈਪਟੈਂਬਰ ਦਾ ਜਿਹੜਾ ਸੈਕਿੰਡ ਲਾਸਟ ਵੀਕ ਹੁੰਦਾ ਹੈ, 1993 ਤੋਂ ਇਹ ਜਿਹੜਾ ਦਿਨ ਹੈ, ਇਹ ਹਫ਼ਤਾ ਜਿਹੜਾ ਮਨਾਇਆ ਜਾਣਾ ਸ਼ੁਰੂ ਕੀਤਾ। ਮੈਂ ਮਨਾਇਆ ਜਾਣਾ ਨਹੀਂ ਕਹਾਂਗੀ, ਮੈਂ ਮਾਫੀ ਚਾਹੁੰਦੀ ਹਾਂ, ਪਰ ਕਿਉਂਕਿ ਸ਼ਾਇਦ ਸਟੈਟਸ ਦੇ ਚੱਲਦਿਆਂ, ਜਿਵੇਂ ਆਪਾਂ ਜਦੋਂ ਸਟੈਟਸ ਦੀ ਗੱਲ ਕਰਦੇ ਹਾਂ ਤੇ ਗੱਲ ਚੱਲ ਰਹੀ ਸੀ ਕਿ 47% ਜਿਹੜੇ ਨਿਊਜ਼ੀਲੈਂਡਰਸ ਨੇ ਉਹ ਇਕੱਲਤਾ ਮਹਿਸੂਸ ਕਰਦੇ ਨੇ।
ਇੱਕਦਮ ਮਤਲਬ ਇੱਕ ਤਰੀਕੇ ਦੇ ਨਾਲ ਅੱਧੀ ਜਨਸੰਖਿਆ ਹੋ ਗਈ ਨਾ, ਲਗਭਗ 50% ਲੋਕ ਹੋ ਗਏ ਸੋ ਆਪਾਂ ਲਗਭਗ ਹਰ 2 ਚੋਂ 1 ਬੰਦਾ ਹਾਂਜੀ ਹੈ ਨਾ। ਬਿਲਕੁਲ। ਸੋ ਇਹ ਵਾਕਈ ਬੜਾ ਚਿੰਤਾ ਦਾ ਵਿਸ਼ਾ ਹੈ। ਤੇ ਦੇਖੋ ਮੈਂ ਹੈਰਾਨ ਸੀ ਕਿ 1993 ਦੇ ਵਿੱਚ ਵੀ ਕਿ ਇੰਨੇ ਸਾਲ ਪਹਿਲਾਂ ਜੇ ਅਸੀਂ ਪਿੱਛੇ ਜਾਂਦੇ ਆ ਹਾਂਜੀ ਤੇ ਉਸ ਸਮੇਂ ਵੀ ਸ਼ਾਇਦ ਇਸ ਚੀਜ਼ ਦੀ ਲੋੜ ਮਹਿਸੂਸ ਹੋਈ ਹੋਏਗੀ ਕਿ ਇਸ ਚੀਜ਼ ਨੂੰ ਮਾਨਤਾ ਦਿੱਤੀ ਗਈ ਕਿ ਹਾਂ ਇਸ ਹਫਤੇ ਦੇ ਵਿੱਚ ਇਸ ਚੀਜ਼ ਤੇ ਗੱਲ ਹੋਣੀ ਚਾਹੀਦੀ ਹੈ ਜੀ। ਜਿਵੇਂ ਤੁਸੀਂ ਅੰਕੜਿਆਂ ਦੀ ਵੀ ਗੱਲ ਕੀਤੀ ਹੈ, ਅਸੀਂ ਥੋੜੀ ਦੇਰ ਪਹਿਲਾਂ ਵੀ ਜਿਵੇਂ ਆਪਾਂ ਪੜ੍ਹ ਰਹੇ ਸੀਗੇ ਤੇ ਉਹਦੇ ਵਿੱਚ 2018 ਦੇ ਜਿਹੜੇ ਅੰਕੜੇ ਸੀਗੇ ਉਹ ਦਿਖਾ ਰਹੇ ਸੀਗੇ ਕਿ ਉਸ ਟਾਈਮ 22% ਜਿਹੜੇ ਲੋਕ ਸੀ ਇਸ ਇਸ਼ੂ ਦੇ ਨਾਲ ਜੂਝ ਰਹੇ ਸੀ, ਪਰ 2021 ਤੱਕ ਆਉਂਦੇ ਆਉਂਦੇ ਇਹ 22% ਤੋਂ 28% ਹੋ ਗਈ। ਸੋ 2021 ਤੋਂ ਅੱਜ 2023 ਹੋ ਗਿਆ ਆ। ਸੋ ਜੇ ਸਰਵੇ ਕੀਤਾ ਜਾਵੇ ਤੇ ਰੱਬ ਨਾ ਕਰੇ ਕਿ 28% ਤੋਂ ਅੱਗੇ ਵਧਿਆ ਹੋਵੇ। ਸੋ ਕਹਿਣ ਦਾ ਭਾਵ ਇਹ ਹੈ ਕਿ ਇਹ ਲਗਾਤਾਰ ਵੱਧ ਰਿਹਾ ਆ। ਜਿਹੜਾ ਇਹ ਇਕੱਲਤਾ ਆ ਜਾਂ ਜਿਹੜੀ ਡਿਪਰੈਸ਼ਨ ਆ ਜਾਂ ਜਿਹੜੀ ਮੈਂਟਲ ਜੇ ਆਪਾਂ ਕਹੀਏ ਕਿ ਸਾਡੀ ਇਸ਼ੂਜ਼ ਹੈਗੇ ਨੇ ਉਹ ਘਟਣ ਦੀ ਬਜਾਏ ਲਗਾਤਾਰ ਵੱਧ ਰਹੇ ਨੇ। ਬਿਲਕੁਲ ਵਾਕਿਆ ਵੱਧ ਰਹੇ ਨੇ। ਜੇ ਅਸੀਂ ਦੇਖੀਏ ਚਲੋ ਪਾਪੂਲੇਸ਼ਨ ਵੀ ਵੱਧ ਰਹੀ ਹੈ, ਅਸੀਂ ਦੇਖਦੇ ਹਾਂ ਕਿ ਦਿਨੋਂ ਦਿਨ ਸਾਡੀ ਜ਼ਿੰਦਗੀ ਦੀ ਰਫ਼ਤਾਰ ਵੀ ਤੇਜ਼ ਹੁੰਦੀ ਜਾਂਦੀ ਹੈ। ਇਹ ਤੇਜ਼ ਤਰਾਰ ਜ਼ਿੰਦਗੀ ਜਿਹੜੀ ਹੈ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਜਿੱਥੇ ਸਾਡੇ ਲਈ ਨੇ ਸਹੂਲਤਾਂ ਵੀ ਪੈਦਾ ਕੀਤੀਆਂ, ਪਰ ਜਿੱਥੇ ਜਿੱਥੇ ਸਹੂਲਤਾਂ ਆਉਂਦੀਆਂ ਨੇ ਨਾ ਸਹੂਲਤਾਂ ਦੇ ਨਾਲ ਨਾਲ ਜੇ ਅਸੀਂ ਦੇਖੀਏ ਫੁੱਲਾਂ ਦੇ ਨਾਲ ਨਾਲ ਕੰਡੇ ਵੀ ਤੇ ਹੁੰਦੇ ਨੇ ਨਾ, ਕੰਡਿਆਂ ਤੋਂ ਬਿਨਾਂ ਫੁੱਲ ਵੀ ਨਹੀਂ। ਸੋ ਮੁਸ਼ਕਲਾਂ ਉਲਝਣਾ ਮੈਂ ਬਹੁਤ ਵਾਰ ਦੇਖਦੀ ਹਾਂ ਕਿ ਕਈ ਵਾਰ ਨਿੱਕੀਆਂ ਨਿੱਕੀਆਂ ਚੀਜ਼ਾਂ ਸਾਡੇ ਲਈ ਸੂਲਾਂ ਬਣ ਜਾਂਦੀਆਂ ਨੇ। ਬਿਲਕੁਲ ਮੈਨੂੰ ਲੱਗਦਾ ਹੁੰਦਾ ਜਸਪ੍ਰੀਤ ਕਿ ਕਈ ਵਾਰ ਜ਼ਰੂਰੀ ਨਹੀਂ, ਅਸੀਂ ਹਮੇਸ਼ਾ ਕਹਿੰਦੇ ਕਿ ਗੱਲ ਕਰਨੀ ਚਾਹੀਦੀ ਹੈ। ਸਾਡੇ ਸਮਾਜ ਦੇ ਵਿੱਚ ਅਸੀਂ ਬਹੁਤ ਸਾਰੇ ਮੁਖੌਟੇ ਪਾ ਲੈਂਦੇ ਹਾਂ। ਮੇਰਾ ਨਿੱਜੀ ਤੌਰ ਤੇ ਮੰਨਣਾ ਹੈ ਕਿ ਕਈ ਵਾਰ ਅਸੀਂ ਨਾ ਪ੍ਰਟੈਂਡ ਕਰਦੇ ਹਾਂ, ਜਿਵੇਂ ਜੇ ਮੈਂ ਆਪਣੇ ਕੰਮ ਤੇ ਜਾਂਦੀ ਹਾਂ ਤੇ ਮੈਂ ਇਦਾਂ ਪ੍ਰਟੈਂਡ ਕਰੂੰਗੀ ਕਿ ਬਈ ਮੇਰੇ ਕੰਮ ਤੇ ਮੈਨੂੰ ਕੋਈ ਸਮੱਸਿਆ ਨਹੀਂ, ਮੈਂ ਬਹੁਤ ਖੁਸ਼ ਹਾਂ। ਹੋ ਸਕਦਾ ਜੇ ਕੋਈ ਐਸੀ ਪਰੇਸ਼ਾਨੀ ਆਵੇ ਤੇ ਜਿਨ੍ਹਾਂ ਲੋਕਾਂ ਨੂੰ ਮੈਂ ਇਹ ਕਹਿ ਚੁੱਕੀ ਸੀ ਕਿ ਵੀ ਮੈਂ ਬਹੁਤ ਖੁਸ਼ ਹਾਂ, ਮੈਂ ਉਹਨਾਂ ਦੇ ਨਾਲੇ ਖੁੱਲ ਕੇ ਕੋਈ ਆਪਣੀ ਪਰੇਸ਼ਾਨੀ ਡਿਸਕਸ ਨਾ ਕਰ ਸਕਾਂ। ਜੇ ਮੈਂ ਕਹਾਂ ਕਿ ਮੇਰੇ ਪਰਿਵਾਰਕ ਰਿਸ਼ਤਿਆਂ ਦੇ ਵਿੱਚ ਮੈਂ ਬਹੁਤ ਖੁਸ਼ ਹਾਂ, ਰੱਬ ਨਾ ਕਰੇ ਜੇ ਕੋਈ ਪਰੇਸ਼ਾਨੀ ਬਣਦੀ ਹੈ ਤੇ ਮੈਂ ਫਿਰ ਉਹ ਆਪਣੇ ਸਾਰੇ ਸਰਕਲ ਦੇ ਵਿੱਚ ਜਿੱਥੇ ਮੈਂ ਕਿਹਾ ਜੀ ਮੇਰੇ ਪਰਿਵਾਰ 'ਚ ਮੈਨੂੰ ਕੋਈ ਪਰੇਸ਼ਾਨੀ ਨਹੀਂ, ਤੇ ਜੇ ਉੱਥੇ ਕੋਈ ਨਾ ਕੋਈ ਪ੍ਰੋਬਲਮ ਕੋਈ ਇਸ਼ੂ ਕ੍ਰੀਏਟ ਹੁੰਦਾ ਤੇ ਮੈਂ ਕਿਹਦੇ ਨਾਲ ਡਿਸਕਸ ਕਰਾਂ। ਮੈਨੂੰ ਸ਼ਾਇਦ ਉਸ ਚੀਜ਼ ਨੂੰ ਪ੍ਰੀਟੈਂਡ ਕਰਦੇ ਕਰਦੇ ਮੈਨੂੰ ਸ਼ਾਇਦ ਇੱਕ ਪੁਆਇੰਟ ਤੇ ਆ ਕੇ ਲੱਗੂਗਾ ਕਿ ਹੁਣ ਮੈਂ ਕਿਹਦੇ ਨਾਲ ਗੱਲ ਕਰਾਂ, ਤੇ ਮੈਨੂੰ ਇੰਜ ਮਹਿਸੂਸ ਹੁੰਦਾ ਕਿ ਉਹ ਪੁਆਇੰਟ ਇਦਾਂ ਦਾ ਪੁਆਇੰਟ ਹੁੰਦਾ ਕਿ ਜਿੱਥੇ ਆ ਕੇ ਤੁਸੀਂ ਫਿਰ ਇਕੱਲਾ ਮਹਿਸੂਸ ਕਰਨਾ ਸ਼ੁਰੂ ਕਰਦੇ ਹੋ ਕਿ ਇੱਕ ਬੰਨੇ ਤੁਹਾਡੇ ਜਿਹੜੇ ਨਿੱਜੀ ਰਿਸ਼ਤੇ ਨੇ ਉਹਨਾਂ 'ਚ ਤੁਹਾਨੂੰ ਮੁਸ਼ਕਲਾਂ ਦੇ ਨਾਲ ਉਲਝਣਾ ਪੈ ਰਿਹਾ, ਦੂਜੇ ਬੰਨੇ ਜਿਹੜੇ ਤੁਹਾਡੇ ਦੋਸਤ ਨੇ, ਖਾਸ ਤੁਹਾਡਾ ਸਰਕਲ ਹੈ, ਉਹਨਾਂ ਦੇ ਵਿੱਚ ਤੁਸੀਂ, ਕਿਉਂਕਿ ਅਸੀਂ ਪ੍ਰੀਟੈਂਡ ਕਰਦੇ ਹਾਂ ਕਿ ਅਸੀਂ ਬਹੁਤ ਖੁਸ਼ ਹਾਂ। ਦੇਖੋ ਸੋਸ਼ਲ ਮੀਡੀਆ ਤੇ ਅਸੀਂ ਕਈ ਵਾਰ ਗੱਲ ਕਰਦੇ ਹਾਂ, ਅਸੀਂ ਕਿੰਨੇ ਕੇਸਿਸ ਇਦਾਂ ਦੇ ਦੇਖੇ ਨੇ ਜਿਹੜੇ ਪ੍ਰੀਟੈਂਡ ਕਰਦੇ ਸੀ ਕਿ ਮੈਂ ਬਹੁਤ ਖੁਸ਼ ਹਾਂ, ਉਹਨਾਂ ਦੇ ਆਪਸੀ ਰਿਸ਼ਤਿਆਂ ਦੇ ਵਿੱਚ ਬਹੁਤ ਜ਼ਿਆਦਾ ਅਪਣਾਤਿਆ, ਬਹੁਤ ਜ਼ਿਆਦਾ ਨਜ਼ਦੀਕੀਆਂ ਨੇ, ਤੇ ਕਈ ਵਾਰੀ ਭਿਆਨਕ ਸਿੱਟੇ ਦੇਖਣ ਨੂੰ ਮਿਲਦੇ ਨੇ। ਹਾਂਜੀ ਬਿਲਕੁਲ। ਜਿਵੇਂ ਤੁਸੀਂ ਕੰਮ ਦੀ ਵੀ ਗੱਲ ਕੀਤੀ ਹੈ, ਮੇਰੇ ਖਿਆਲ ਨਾਲ ਕੰਮਾਂ ਦੇ ਵਿੱਚ ਮਾਹੌਲ ਥੋੜਾ ਜਿਹਾ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਕਿ ਜੇ ਸਾਨੂੰ ਲੱਗਦਾ ਹੈ ਨਾ ਕਿ ਕੋਈ ਇਨਸਾਨ ਇਕੱਲਾ ਬੈਠਾ ਆ, ਬੇਸ਼ੱਕ ਉਹ ਤੁਹਾਡੇ ਨਾਲ ਕੰਮ ਸਹੀ ਕਰ ਰਿਹਾ ਆ, ਆਪਸ 'ਚ ਗੱਲਬਾਤ ਕਰ ਰਿਹਾ, ਪਰ ਕਈ ਵਾਰੀ ਇੱਕ ਐਸਾ ਟਾਈਮ ਹੁੰਦਾ ਜਦੋਂ ਛੋਟੀ ਜਿਹੀ ਬ੍ਰੇਕ ਹੁੰਦੀ ਆ, ਹਨਾ, ਤੁਸੀਂ ਬੈਠ ਕੇ ਖਾ ਪੀ ਰਹੇ ਹੋ, ਪਰ ਜੇ ਇੱਕ ਬੰਦਾ ਉਸੇ ਟੇਬਲ ਦੇ ਉੱਤੇ ਬੈਠਾ ਬਿਲਕੁਲ ਚੁੱਪਚਾਪ ਕੁਝ ਖਾ ਰਿਹਾ ਆ ਜਾਂ ਕੋਈ ਗੱਲਬਾਤ ਨਹੀਂ ਕਰ ਰਿਹਾ, ਸੋ ਇਹ ਥੋੜਾ ਜਿਹਾ ਐਫਰਟ ਕਰ ਲਿਆ ਜਾਵੇ ਕਿ ਉਹਨਾਂ ਨੂੰ ਪੁੱਛ ਲਿਆ ਜਾਵੇ ਨਾ। ਜਿੱਦਾਂ ਆਪਾਂ ਪਿੱਛੇ ਜਿਹੇ ਪ੍ਰੋਗਰਾਮ ਕੀਤਾ ਸੀਗਾ ਇੱਕ ਆਪਣਾ ਪੰਜਾਬੀ ਹੈਰੀਟੇਜਸ ਦਾ, ਮੈਂ ਉੱਥੇ ਬੱਚਿਆਂ ਨੂੰ ਵੀ ਇਹ ਚੀਜ਼ ਕਹੀ ਸੀ ਕਿ ਜਦੋਂ ਬੱਚੇ ਸਕੂਲ, ਕਿਉਂਕਿ ਇਹ ਜਿਹੜੀ ਸਮੱਸਿਆ ਆ ਇਹ ਸਿਰਫ ਵੱਡਿਆਂ ਦੇ ਵਿੱਚ ਜਾਂ ਬਜ਼ੁਰਗਾਂ ਦੇ ਵਿੱਚ ਨਹੀਂ ਆ, ਜੇ ਆਪਾਂ ਇੱਥੇ ਬਾਹਰ ਨਿਕਲ ਕੇ ਦੇਖੀਏ ਤੇ ਬੱਚਿਆਂ ਦੇ ਵਿੱਚ ਵੀ ਇਹ ਚੀਜ਼ ਸਾਨੂੰ ਦੇਖਣ ਨੂੰ ਮਿਲਦੀ ਆ, ਹਨਾ। ਬੱਚੇ ਵੀ ਕਈ ਵਾਰੀ ਫੀਲ ਕਰਦੇ ਨੇ ਕਿ ਉਹਨਾਂ ਨੂੰ ਕਾਰਨਰ ਕੀਤਾ ਜਾ ਰਿਹਾ ਹੈ ਜਾਂ ਉਹਨਾਂ ਦੇ ਨਾਲ ਕੋਈ ਗੱਲਬਾਤ ਨਹੀਂ ਕਰ ਰਿਹਾ ਜੀ। ਸੋ ਮੈਂ ਉੱਥੇ ਵੀ ਬੱਚਿਆਂ ਨੂੰ ਕਿਹਾ ਸੀਗਾ ਕਿ ਜੇ ਤੁਹਾਡੇ ਸਕੂਲਾਂ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਹੁੰਦਾ ਹੈ ਕਿ ਤੁਸੀਂ ਖੇਡ ਰਹੇ ਹੋ, ਤੁਸੀਂ ਖਾ ਪੀ ਰਹੇ ਹੋ, ਪਰ ਤੁਹਾਨੂੰ ਦਿਖ ਰਿਹਾ ਹੈ ਕਿ ਇੱਕ ਬੱਚਾ ਜਿਹੜਾ ਆ ਉਹ ਅਲੱਗ ਬੈਠਾ ਆ, ਉਹ ਨਾ ਹੀ ਆਪਣਾ ਲੰਚ ਲੈ ਰਿਹਾ ਆ, ਨਾ ਹੀ ਕਿਸੇ ਦੇ ਨਾਲ ਖੇਡ ਰਿਹਾ ਆ, ਸੋ ਥੋੜਾ ਜਿਹੀ ਕੋਸ਼ਿਸ਼ ਕਰੋ ਕਿ ਉਹਦੇ ਨਾਲ ਗੱਲਬਾਤ ਕੀਤੀ ਜਾਵੇ, ਉਹਨੂੰ ਪੁੱਛਿਆ ਜਾਵੇ ਕਿ ਕੋਈ ਇਸ਼ੂ ਹੈ, ਕੋਈ ਪ੍ਰੋਬਲਮ ਹੈ, ਤੂੰ ਖਾ ਕਿਉਂ ਨਹੀਂ ਰਿਹਾ, ਤੂੰ ਖੇਡ ਕਿਉਂ ਨਹੀਂ ਰਿਹਾ। ਸੋ ਬੇਸ਼ੱਕ ਉਹ ਤੁਹਾਡੇ ਨਾਲ ਕੀ ਪਤਾ ਪ੍ਰੋਬਲਮ ਨਾ ਸੋਲਵ ਕਰੇ, ਪਰ ਸ਼ਾਇਦ ਉਹਨੂੰ ਹਲਕਾ ਲੱਗੇ, ਹਨਾ। ਬਿਲਕੁਲ ਮਨ ਹਲਕਾ ਕਰਨ ਦੇ ਨਾਲ ਹੀ ਤੇ ਸ਼ਾਇਦ ਇਹ ਸਮੱਸਿਆਵਾਂ ਹੱਲ ਹੁੰਦੀਆਂ ਨੇ, ਕਿਉਂਕਿ ਇਕੱਲੇ ਮਹਿਸੂਸ ਕਰਨਾ ਸ਼ੁਰੂਆਤ ਬਣ ਜਾਂਦੀ ਹੈ। ਜੀ ਬਿਲਕੁਲ। ਅਸੀਂ ਡਿਪਰੈਸ਼ਨ ਬਾਰੇ ਬੋਲਦੇ ਹਾਂ, ਮੈਂਟਲ ਹੈਲਥ ਦੀ ਗੱਲ ਕਰ ਰਹੇ ਹਾਂ, ਸੋ ਜਦੋਂ ਤੁਸੀਂ ਇਕੱਲਿਆਂ ਮਹਿਸੂਸ ਕੀਤਾ, ਜਿਹੜੀ ਪਹਿਲੀ ਫੀਲਿੰਗ ਹੈ ਤੁਹਾਡੀ, ਜੇ ਤੁਸੀਂ ਪਹਿਚਾਣ ਲਈ
ਇਸ ਚੀਜ਼ ਨੂੰ ਤੁਸੀਂ ਹੱਲ ਕਰਨ ਦੇ ਵੱਲ ਨੂੰ ਆਪਣਾ ਇੱਕ ਕਦਮ ਚੁੱਕ ਸਕਦੇ ਹੋ। ਜੀ, ਹੌਸਲੇ ਦੀ ਲੋੜ ਹੁੰਦੀ ਹੈ ਇੱਥੇ ਵੀ। ਇਹ ਵੀ ਚੀਜ਼ ਹੁੰਦੀ ਮੈਨੂੰ ਲੱਗਦਾ ਜਦੋਂ ਮੈਂ ਗੱਲ ਕਰਦੀ ਹਾਂ ਕਿ ਭਾਵੇਂ ਤੁਸੀਂ ਹੱਲ ਨਹੀਂ ਵੀ ਕੱਢ ਰਹੇ, ਪਰ ਜੇ ਉਹ ਬੱਚਾ ਜਾਂ ਕੋਈ ਵੱਡਾ ਤੁਹਾਡੇ ਨਾਲ ਆ ਕੇ ਉਸ ਐਕਟੀਵਿਟੀ ਦਾ ਹਿੱਸਾ ਬਣ ਜਾਂਦਾ ਆ, ਪਰ ਇਹ ਵੀ ਕੋਸ਼ਿਸ਼ ਦੇਖੋ ਨਾ ਕਿ ਥੋੜੀ ਦੇਰ ਲਈ ਤਾਂ ਉਸ ਚੀਜ਼ ਨੂੰ ਭੁੱਲ ਰਿਹਾ ਨਾ ਉਹ, ਆਫ ਕੋਰਸ, ਹੈ ਨਾ। ਜੇ ਉਹ ਬੱਚਾ ਖੇਡਣ ਆ ਰਿਹਾ ਹੈ, ਸੋ ਉਹ ਜਿਹੜੇ ਥੋੜੇ ਜਿਹੇ ਪਲ ਨੇ ਤੁਸੀਂ ਉਹਨੂੰ ਖੁਸ਼ੀ ਦੇ ਪਾ ਰਹੇ ਹੋ। ਸੋ ਚਾਹੇ ਬੇਸ਼ੱਕ ਉਹਦਾ ਹੱਲ ਨਹੀਂ ਕੱਢਿਆ ਜਾ ਰਿਹਾ, ਬਟ ਐਟਲੀਸਟ ਉਹਨੂੰ ਥੋੜੀ ਦੇਰ ਦੀ ਖੁਸ਼ੀ ਤਾਂ ਤੁਸੀਂ ਦੇ ਹੀ ਰਹੇ ਹੋ ਨਾ। ਬਿਲਕੁਲ। ਹੁਣ ਜਿਹੜੇ ਘਰਾਂ ਦੇ ਵਿੱਚ ਬਜ਼ੁਰਗ ਨੇ, ਕਈ ਵਾਰੀ ਬਜ਼ੁਰਗਾਂ ਨੂੰ ਲੱਗਦਾ ਕਿ ਬੱਚੇ ਆਪਣੀ ਲਾਈਫ ਦੇ ਵਿੱਚ ਇੰਨੇ ਕੁ ਜ਼ਿਆਦਾ ਬਿਜ਼ੀ ਨੇ, ਉਹਨਾਂ ਨੂੰ ਲੱਗਦਾ ਕਿ ਉਹ ਬਿਲਕੁਲ ਇਕੱਲੇ ਰਹਿ ਜਾਂਦੇ ਨੇ ਪਿੱਛੋਂ। ਭਾਵੇਂ ਕਿ ਕੁਝ ਸੰਸਥਾਵਾਂ ਵੀ ਬਣੀਆਂ ਨੇ ਜਿੱਥੇ ਜਾ ਕੇ ਬਜ਼ੁਰਗ ਬੈਠਦੇ ਨੇ, ਆਪਸ ਵਿੱਚ ਗੱਲ ਕਰਦੇ ਨੇ, ਪਰ ਹਰ ਬਜ਼ੁਰਗ ਦੇ ਕੋਲ ਵਸੀਲੇ ਨਹੀਂ ਕਿ ਉਹ ਉੱਥੋਂ ਤੱਕ ਪਹੁੰਚ ਕਰ ਸਕੇ। ਕੁਝ ਬਜ਼ੁਰਗ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਜਾਂਦੇ ਨੇ, ਜਿੱਥੇ ਨੇੜੇ ਗੁਰਦੁਆਰਾ ਸਾਹਿਬ ਜਾ ਸਕਦੇ ਨੇ, ਉੱਥੇ ਬੈਠਦੇ ਨੇ, ਉੱਥੇ ਵੀ ਗੱਲਾਂ ਕਰਦੇ ਨੇ। ਹਾਂਜੀ, ਉਹ ਵੀ ਤਰੀਕਾ ਮੇਰੇ ਖਿਆਲ ਨਾਲ ਸਹੀ ਹੈ ਕਿ ਜੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਜੇ ਨਹੀਂ ਜਾ ਕੇ ਤੁਸੀਂ ਗੱਲਬਾਤ ਕਰਨੀ, ਤੇ ਮੇਰੇ ਖਿਆਲ ਨਾਲ ਜੇ ਆਪਾਂ ਆਲੇ ਦੁਆਲੇ ਆਪਣੇ ਨਜ਼ਰ ਮਾਰੀਏ ਤਾਂ ਜਗ੍ਹਾ ਜਗ੍ਹਾ ਤੇ ਐਸੀ ਆਰਗੇਨਾਈਜੇਸ਼ਨਸ ਬਣੀਆਂ ਹੋਈਆਂ ਨੇ ਜਿੱਥੇ ਬਜ਼ੁਰਗ ਜਾਂ ਫਿਰ ਸਾਡੇ ਵਰਗੀਆਂ ਔਰਤਾਂ ਇਕੱਠੀਆਂ ਹੋ ਕੇ ਗੱਲਾਂ ਬਾਤਾਂ ਕਰ ਸਕਦੀਆਂ ਨੇ। ਮੇਰੇ ਖਿਆਲ ਨਾਲ ਭੈਣ, ਆਪਾਂ ਪਿਛਲੇ ਜ਼ਮਾਨੇ ਦੇ ਵਿੱਚ ਇੱਕ ਗੱਲ ਕਰਦੇ ਹੁੰਦੇ ਸੀਗੇ, ਇਹਦੇ ਫਲਾਣੇ ਨੇ ਚੁਗਲੀ ਕਰਤੀ, ਹਨਾ, ਚੁਗਲੀਆਂ ਦੀਆਂ ਗੱਲਾਂ ਕਰਦੇ ਹੁੰਦੇ ਸੀਗੇ। ਪਰ ਮੈਨੂੰ ਲੱਗਦਾ ਹੈ ਕਿ ਜਿਹੜੀ ਉਹ ਚੁਗਲੀ ਕਰਨੀ ਸੀਗੀ, ਉਹ ਕਿਤੇ ਨਾ ਕਿਤੇ ਸਾਡੇ ਅੰਦਰ ਦਾ ਜਿਹੜੀਆਂ ਸ਼ਿਕਾਇਤਾਂ ਹੁੰਦੀਆਂ ਸੀ, ਜਿਹੜੀਆਂ ਸਾਡੀਆਂ ਇਸ਼ੂਜ਼ ਹੁੰਦੇ ਸੀ, ਪ੍ਰੋਬਲਮਸ ਹੁੰਦੇ ਸੀ, ਅਸੀਂ ਉਹਨਾਂ ਨੂੰ ਹੀ ਕੱਢਦੇ ਹੁੰਦੇ ਸੀ ਬਾਹਰ, ਹੈਨਾ। ਜੇ ਮੈਂ ਤੁਹਾਡੇ ਨਾਲ ਕਿਸੇ ਬਾਬਤ ਗੱਲ ਕਰ ਲਈ, ਸੋ ਉਹਨੂੰ ਨਾਮ ਬੇਸ਼ੱਕ ਕਿਸੇ ਨੇ ਚੁਗਲੀ ਦਾ ਦੇਤਾ, ਪਰ ਇੱਕ ਤਰ੍ਹਾਂ ਇਹ ਹੈ ਕਿ ਜਿਹੜੀ ਮੇਰੀ ਉਹਦੇ ਨਾਲ ਕੋਈ ਸਮੱਸਿਆ ਸੀਗੀ, ਮੈਂ ਆਪਣੇ ਅੰਦਰ ਰੱਖ ਕੇ ਆਪਣੇ ਆਪ ਨੂੰ ਜ਼ਿਆਦਾ ਉਹ ਨਹੀਂ ਕੀਤਾ ਹੈਗਾ ਕਿ ਵੀ ਆਪਣੇ ਅੰਦਰੋਂ ਨਹੀਂ ਮੈਂ ਟੁੱਟ ਰਹੀ ਹੈਗੀ, ਮੈਂ ਐਟਲੀਸਟ ਕਿਸੇ ਨਾਲ ਸ਼ੇਅਰ ਕੀਤੀ ਆ ਉਹ ਗੱਲ। ਜਿਵੇਂ ਆਪਾਂ ਕਹਿੰਦੇ ਨਾ ਕਿ ਜਾਂ ਤਾਂ ਤੁਸੀਂ ਆਪਣੇ ਮਨ ਦੇ ਵਲਵਲੇ ਲਿਖ ਲਓ, ਜਾਂ ਕਿਸੇ ਦੇ ਨਾਲ ਸਾਂਝੇ ਕਰ ਲਓ। ਹਾਂਜੀ, ਉਹ ਗੱਲ ਕਰਨ ਦੇ ਨਾਲ ਤੁਹਾਡੇ ਮਨ ਚੋਂ ਗੱਲ ਨਿਕਲ ਗਈ। ਜੀ ਬਿਲਕੁਲ। ਤੁਹਾਡਾ ਜਿਹੜਾ ਅਚੇਤ ਮਨ ਜਦੋਂ ਹਲਕਾ ਹੋ ਗਿਆ, ਸੁਚੇਤ ਮਨ ਆਪਣੇ ਆਪ ਹੀ ਤਰੋਤਾਜ਼ਾ ਹੋ ਗਿਆ ਤੇ ਨਵੀਆਂ ਚੀਜ਼ਾਂ ਦੇ ਲਈ ਤਿਆਰ ਹੋ ਗਿਆ। ਇਹ ਬੜਾ ਵੱਡਾ ਫੈਕਟ ਹੈ। ਡਾਕਟਰਸ ਜਿਹੜੇ ਨੇ, ਮਾਹਿਰ ਜਿਹੜੇ ਨੇ, ਉਹ ਵੀ ਕਹਿੰਦੇ ਨੇ ਕਿ ਜਦੋਂ ਕਈ ਵਾਰ ਸਾਨੂੰ ਲੱਗਦਾ ਕਿ ਅਸੀਂ ਮੈਨੇਜ ਕਰ ਸਕਦੇ ਹਾਂ, ਬਈ ਮੈਂ ਇਸ ਸਿਚੁਏਸ਼ਨ ਨੂੰ ਹੈਂਡਲ ਕਰ ਲੈਣਾ, ਜਿਹੜੇ ਮਾਹਿਰ ਹੁੰਦੇ ਨੇ, ਵੱਖ-ਵੱਖ ਫੀਲਡ ਦੇ ਮਾਹਿਰ ਨੇ, ਤੁਹਾਨੂੰ ਸਲਾਹ ਦਿੰਦੇ ਨੇ, ਈਵਨ ਕਿ ਕਾਉਂਸਲਰ ਨੇ, ਕਾਉਂਸਲਿੰਗ ਕਰਦੇ ਨੇ, ਜਦੋਂ ਉਹ ਸਾਰਿਆਂ ਦੀਆਂ ਸਟੋਰੀਜ਼ ਸੁਣਦੇ ਨੇ, ਪ੍ਰੈਸ਼ਰ ਤਾਂ ਉਹਨਾਂ ਦੇ ਦਿਮਾਗ ਤੇ ਵੀ ਆਉਂਦਾ। ਜਦੋਂ ਤੁਸੀਂ ਕਿਸੇ ਦੀ ਸਟੋਰੀ ਸੁਣਦੇ, ਕਿਸੇ ਦੀ ਕੋਈ ਇਮੋਸ਼ਨਲ ਕਹਾਣੀ ਦਰਦ ਭਰੀ ਸੁਣਦੇ ਹੋ, ਉਹਨੂੰ ਮਹਿਸੂਸ ਕਰਦੇ ਹੋ, ਕਿੰਨਾ ਦਿਮਾਗ ਤੇ ਤੁਹਾਡੇ ਸਟ੍ਰੈਸ ਹੁੰਦਾ। ਜ਼ਰੂਰੀ ਨਹੀਂ ਕਿ ਤੁਸੀਂ ਆਪਣੀਆਂ ਚੀਜ਼ਾਂ ਦੇ ਲਈ ਪਰੇਸ਼ਾਨ ਹੋ, ਜਾਂ ਤੁਹਾਡੀ ਆਪਣੀ ਜ਼ਿੰਦਗੀ ਦੀਆਂ ਮੁਸ਼ਕਲਾਂ ਕਰਕੇ ਤੁਹਾਡੀ ਪਰੇਸ਼ਾਨੀ ਹੈ। ਹੋ ਸਕਦਾ ਤੁਸੀਂ ਤੁਹਾਡੇ ਆਪਣੇ ਕਿਸੇ ਕਰੀਬੀ ਦੋਸਤ ਦੇ ਕਰਕੇ ਪਰੇਸ਼ਾਨ ਹੋਵੋ, ਤੁਹਾਡੀ ਰਿਸ਼ਤੇਦਾਰੀ 'ਚ ਕੋਈ ਐਸਾ ਤੁਹਾਡਾ ਸਾਕ ਸੰਬੰਧੀ ਹੋਏ ਜਿਹਦੇ ਕਰਕੇ ਤੁਸੀਂ ਪਰੇਸ਼ਾਨ ਹੁੰਦੇ ਹੋਵੋ, ਜਾਂ ਤੁਹਾਡਾ ਕੰਮ ਵੀ ਇਸ ਤਰ੍ਹਾਂ ਦਾ ਹੋ ਸਕਦਾ ਹੈ ਕਿ ਤੁਹਾਨੂੰ ਰੋਜ਼ ਨਵੀਂ-ਨਵੀਆਂ ਕਹਾਣੀਆਂ ਜਾਂ ਨਵੇਂ-ਨਵੇਂ ਇਸ਼ੂਜ਼ ਫੇਸ ਕਰਨੇ ਪੈ ਰਹੇ ਨੇ, ਜਿੱਥੇ ਹਨਾ ਕਿਸੇ ਨਾ ਕਿਸੇ ਦੀ ਜੌਬ ਹੀ ਇਹ ਹੈ ਕਿ ਤੁਸੀਂ ਕਿਸੇ ਦੀ ਕੋਈ ਮੁਸ਼ਕਲ ਸੁਣਨੀ ਹੈ ਤੇ ਉਹਨੂੰ ਹੱਲ ਕਰਨਾ ਹੈ। ਸੋ ਇੱਕ ਤਰ੍ਹਾਂ ਦੇ ਨਾਲ ਤੁਸੀਂ ਉਸ ਬੰਦੇ ਦੀ ਕਹਾਣੀ ਨੂੰ ਜਿਉਂਦੇ ਹੋ, ਮਹਿਸੂਸ ਕਰਦੇ ਹੋ, ਫਿਰ ਤੁਸੀਂ ਡਿਸੀਜਨ ਬਣਾਉਂਦੇ ਹੋ। ਆਪਾਂ ਜਿਵੇਂ ਵਰਕ ਪਲੇਸਿਸ ਦੀ ਗੱਲ ਕੀਤੀ, ਵੈਸੇ ਇਹ ਐਪਰੀਸ਼ੀਏਟ ਕਰਨਾ ਬਣਦਾ ਕਿ ਜਿਹੜੀਆਂ ਵੱਡੀਆਂ ਵਰਕ ਪਲੇਸਿਸ ਨੇ, ਉਹਨਾਂ ਦੇ ਬਹੁਤ ਸਾਰੇ ਪ੍ਰੋਗਰਾਮਸ ਨੇ ਕਿ EMPLOYEE ਅਸਿਸਟੈਂਸ ਪ੍ਰੋਗਰਾਮ, ਕਿਸੇ ਦਾ ਕੋਈ ਪ੍ਰੋਗਰਾਮ, ਕਿ ਫਿਰ ਤੁਸੀਂ ਜਿੱਦਾਂ ਗੱਲ ਜੇ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਉੱਥੇ ਅਲੱਗ-ਅਲੱਗ ਚੀਜ਼ਾਂ ਦੇ ਨੰਬਰ ਦਿੱਤੇ ਜਾਂਦੇ ਨੇ, ਤੁਸੀਂ ਫੀਡਬੈਕ ਦੇ ਸਕਦੇ ਹੋ। ਕਿਸੇ ਨਾਲ ਕੋਈ ਤੁਹਾਡਾ ਇਸ਼ੂ ਹੋ ਗਿਆ, ਜੇ ਤੁਸੀਂ ਆਪਣੇ ਡਾਇਰੈਕਟ ਮੈਨੇਜਰ ਨੂੰ ਰਿਪੋਰਟ ਨਹੀਂ ਕਰ ਸਕਦੇ, ਤੁਸੀਂ ਉੱਪਰੋਂ ਉਹਨਾਂ ਦੇ ਜਿਹੜੇ ਲਿੰਕ ਨੇ ਉਹਨਾਂ ਨੂੰ ਰਿਪੋਰਟ ਕਰ ਸਕਦੇ ਹੋ। ਤੁਹਾਡੇ ਟੀਮ 'ਚ ਕੋਈ ਇਸ਼ੂ ਹੈ, ਮੈਨੂੰ ਲੱਗਦਾ ਕਿ ਉਸ ਲੈਵਲ ਤੇ ਜਿਵੇਂ ਅਸੀਂ ਵਰਕ ਪਲੇਸ 'ਚ ਮੈਨੇਜ ਕਰਦੇ ਹਾਂ, ਇਸੇ ਤਰ੍ਹਾਂ ਜਿਵੇਂ ਸਾਂਝੇ ਪਰਿਵਾਰਾਂ 'ਚ ਹੁੰਦਾ ਸੀ ਪਿੱਛੇ, ਕਿ ਜੇ ਆਪਸ ਦੇ ਵਿੱਚ ਕੋਈ ਇਸ਼ੂ ਆ ਤੇ ਉਹ ਵੱਡਿਆਂ ਦੇ ਵਿੱਚ ਬੈਠ ਕੇ ਉਹ ਹੱਲ ਕੀਤਾ ਜਾਂਦਾ ਸੀ। ਤੁਸੀਂ ਚੁਗਲੀ ਦੀ ਗੱਲ ਕੀਤੀ, ਜਿਵੇਂ ਸੱਥਾਂ ਦੇ ਵਿੱਚ ਜਾ ਕੇ ਬਜ਼ੁਰਗ ਵੀ ਬੈਠਦੇ ਸੀ, ਸਾਡੀਆਂ ਮਾਵਾਂ ਭੈਣਾਂ ਤ੍ਰਿੰਜਣਾਂ 'ਚ ਇਕੱਠੀਆਂ ਹੁੰਦੀਆਂ ਸੀ, ਗੱਲਾਂ ਬਾਤਾਂ ਕਰਦੀਆਂ ਸੀ। ਸੋ ਉਹਨਾਂ ਦੇ ਕੋਲ ਬੇਸ਼ੱਕ ਉਸ ਟਾਈਮ ਤੇ ਐਂਟਰਟੇਨਮੈਂਟ ਦੇ ਸੋਰਸ ਘੱਟ ਸੀ, ਇੱਕ ਦੂਜੇ ਤੱਕ ਗੱਲ ਪਹੁੰਚਾਉਣ ਦੇ, ਕਮਿਊਨੀਕੇਟ ਕਰਨ ਦੇ ਵਸੀਲੇ ਘੱਟ ਸੀ, ਪਰ ਉਹਨਾਂ ਦੀਆਂ ਉਹ ਜਿਹੜੀਆਂ ਗੱਲਾਂ ਉਹਨਾਂ ਦੇ ਮਨ ਹਲਕੇ ਕਰਦੀਆਂ ਸੀ, ਉਹਨਾਂ ਨੂੰ ਤਰੋ-ਤਾਜ਼ਾ ਮਹਿਸੂਸ ਕਰਵਾਉਂਦੀਆਂ ਸੀ। ਭਾਵੇਂ ਇੱਕ ਦੂਜੇ ਨੂੰ ਲਾ ਕੇ ਜਿਹੜੇ ਗੀਤ ਵੀ ਬਣੇ ਹੋਏ ਸੀ, ਜਿੱਦਾਂ ਸਿੱਠਣੀਆਂ ਵੀ ਆਪਾਂ ਕਹਿ ਲੈਂਦੇ ਆ, ਜਾਂ ਨੂੰਹ ਸੱਸ ਵਾਲੀਆਂ ਬੋਲੀਆਂ ਵੀ ਕਹਿ ਲੈਂਦੇ ਆ, ਸੱਸ ਭਾਬੀ ਨਨਾਣ ਵਾਲੀਆਂ ਬੋਲੀਆਂ ਵੀ ਕਹਿ ਲੈਂਦੇ ਆ, ਹਨਾ। ਉਹ ਕਰਦੇ ਕਰਦੇ ਵੀ ਉਹ ਅੱਧੀਆਂ ਚੀਜ਼ਾਂ ਭਾਵੇਂ ਕੱਢ ਲੈਂਦੀਆਂ ਸੀ ਮਨ ਦੇ ਵਿੱਚੋਂ, ਸੱਚੀਆਂ ਝੂਠੀਆਂ ਜਿੱਦਾਂ ਮਰਜ਼ੀ ਕਹਿ ਲਓ, ਹਨਾ। ਤੇ ਭਾਵੇਂ ਪਰਿਵਾਰਾਂ ਦੀ ਗੱਲ ਕਰੀਏ, ਵਰਕ ਪਲੇਸਿਸ ਦੀ ਗੱਲ ਕਰੀਏ, ਮੇਰੇ ਖਿਆਲ ਨਾਲ ਹਰ ਬੰਦਾ ਜਿਹੜਾ ਆ, ਆਪਾਂ 50% ਤੇ ਗੱਲ ਕੀਤੀ ਹੈ ਜਿਹੜੇ ਕਿ ਇਸ ਚੀਜ਼ ਦੇ ਨਾਲ ਜੂਝ ਰਹੇ ਨੇ, ਪਰ ਮੈਨੂੰ ਲੱਗਦਾ ਹੈ ਕਿ 100% ਹੀ ਹਰ ਬੰਦੇ ਦੇ ਅੰਦਰ ਕੁਛ ਨਾ ਕੁਛ ਚੱਲ ਰਿਹਾ ਹੈ ਇਸ ਵੇਲੇ। ਬਿਲਕੁਲ, ਦੇਖੋ ਭਾਵੇਂ ਕੰਮ ਕਾਰ ਆ ਤੇ ਭਾਵੇਂ ਘਰ ਆ, ਹੁਣ ਕੰਮਾਂ ਤੇ ਵੀ ਤੇ ਆਪਾਂ
ਜੇ ਦਿਨ 'ਚ ਤੁਸੀਂ 8 ਘੰਟੇ ਕੰਮ ਕਰ ਰਹੇ ਹੋ ਹਾਂ ਤੇ ਉਹ 8 ਘੰਟੇ ਤੁਸੀਂ ਆਪਣੇ ਕੰਮ ਤੇ ਬਿਤਾ ਰਹੇ ਹੋ, 8 ਘੰਟੇ ਦੀ ਤੁਹਾਡੀ ਨੀਂਦ ਹੋਗੀ ਤੇ 8 ਘੰਟੇ ਜਿਹੜੇ ਬੱਚੇ ਉਹਦੇ 'ਚ ਤੁਹਾਡੀ ਸੋਸ਼ਲ ਲਾਈਫ ਵੀ ਹੈ ਤੇ ਤੁਹਾਡੀ ਫੈਮਿਲੀ ਲਾਈਫ ਵੀ ਹੈ, ਤੇ ਫਿਰ ਤੁਹਾਡਾ ਮੀ ਟਾਈਮ ਵੀ ਉਹਦੇ 'ਚ ਉਹ ਸਾਰਾ ਕੁਝ ਉਹਦੇ 'ਚ ਹੈ। ਤੇ ਕੰਮ ਤੇ ਵੀ ਤੁਸੀਂ ਆਪਣੀ ਜ਼ਿੰਦਗੀ ਦਾ ਕਿੰਨਾ ਵੱਡਾ ਹਿੱਸਾ ਬਿਤਾਉਂਦੇ ਹੋ। ਸੋ ਸਾਰੀਆਂ ਚੀਜ਼ਾਂ ਤੇ ਸਾਰੀਆਂ ਜਗ੍ਹਾ ਤੇ ਤੁਹਾਨੂੰ ਕੰਫਰਟੇਬਲ ਮਹਿਸੂਸ ਕਰਵਾਇਆ ਜਾਣਾ ਚਾਹੀਦਾ। ਜੇ ਨਹੀਂ ਕੰਫਰਟੇਬਲ ਮਹਿਸੂਸ ਕਰਵਾਇਆ ਜਾਂਦਾ ਤੇ ਤੁਹਾਡਾ ਹੱਕ ਬਣਦਾ ਹੈ ਕਿ ਤੁਸੀਂ ਆਪਣਾ ਕੰਫਰਟ ਜ਼ੋਨ ਉੱਥੇ ਲੱਭੋ। ਬਿਲਕੁਲ। ਜੇ ਘਰ ਦੇ ਵਿੱਚ ਕੋਈ ਇਸ਼ੂ ਹੋ ਰਿਹਾ ਹੈ, ਸਾਨੂੰ ਫਿਰ ਵੀ ਵਰਕ ਪਲੇਸਿਸ ਤੇ ਜਾ ਕੇ ਇਹ ਉਹ ਕਹਿੰਦੇ ਨੇ ਕਿ ਫੇਕ ਜੀ ਸਮਾਈਲ ਹੱਸਦੇ ਰਹਿਣਾ ਪੈਂਦਾ ਹੈ, ਸਪੈਸ਼ਲੀ ਜਦੋਂ ਕਸਟਮਰ ਸਰਵਿਸ ਦੀ ਜਿਹੜੀ ਜੌਬ ਆ ਜਾਂਦੀ ਹੈ। ਉਸ ਵਿੱਚ ਤਾਂ ਇਸ ਤਰ੍ਹਾਂ ਦਾ ਹੈ ਕਿ ਤੁਸੀਂ ਘਰੋਂ ਜਿੱਦਾਂ ਦੇ ਮਰਜ਼ੀ ਹੋ ਕੇ ਬਿਮਾਰ ਹੋ ਜਾਂ ਕਿਸ ਤਰ੍ਹਾਂ ਹੋ, ਕੋਈ ਕੁਛ ਘਰ ਦੇ ਵਿੱਚ ਹੋਇਆ ਆ, ਪਰ ਜਦੋਂ ਤੁਸੀਂ ਕੰਮ ਤੇ ਪਹੁੰਚ ਗਏ ਤੇ ਇੱਕ ਸਮਾਈਲ ਤੁਹਾਡੇ ਚਿਹਰੇ ਤੇ ਜ਼ਰੂਰ ਹੋਣੀ ਚਾਹੀਦੀ ਹੈ ਹਮੇਸ਼ਾ ਨਾ। ਤੇ ਪਰ ਜੇ ਇਹ ਰੱਖਣੀ ਜ਼ਰੂਰੀ ਹੈ ਤੇ ਪਰ ਇੱਕ ਤੁਹਾਡਾ ਮਾਹੌਲ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਕਿ ਤੁਸੀਂ ਐਟਲੀਸਟ ਆਪਣੇ ਸਟਾਫ ਦੇ ਨਾਲ, ਆਪਣੇ ਜਿਹੜੇ ਤੁਹਾਡੇ ਕੋਲੀਗਸ ਨੇ ਉਹਨਾਂ ਦੇ ਨਾਲ ਗੱਲ ਕਰਨ ਦੀ ਤੁਹਾਡੇ ਕੋਲ ਮਤਲਬ ਇਹ ਚੀਜ਼ ਹੋਣੀ ਚਾਹੀਦੀ ਹੈ ਮੇਰੇ ਖਿਆਲ ਨਾਲ, ਕਿ ਅਸੀਂ ਇੱਕ ਦੂਜੇ ਨਾਲ ਗੱਲ ਕਰ ਸਕੀਏ। ਮੈਨੂੰ ਬਹੁਤ ਲੱਗਦਾ ਹੁੰਦਾ ਕਿ ਅਸੀਂ, ਜਿਵੇਂ ਮੈਂ ਗੱਲ ਸ਼ੁਰੂ ਵੀ ਕੀਤੀ ਸੀ ਹੁਣੇ, ਆਪਣਾ ਫਿਰ ਥੋੜਾ ਉਹ ਚੇਂਜ ਹੋ ਗਿਆ ਸੀ ਟਰੈਕ ਜੀ, ਕਿ ਅਸੀਂ ਜਦੋਂ ਪ੍ਰੀਟੈਂਡ ਕਰਦੇ ਹਾਂ, ਫੇਕ ਪ੍ਰੀਟੈਂਡ ਕਰਦੇ ਹਾਂ ਕਿ ਕਿਸੇ ਚੀਜ਼ ਨੂੰ ਲੈ ਕੇ ਕਿ ਵੀ ਮੈਂ ਬਹੁਤ ਖੁਸ਼ ਹਾਂ, ਹਾਂਜੀ, ਜਾਂ ਮੇਬੀ ਸਮਟਾਈਮਸ ਕਿ ਕਿਸੇ ਚੀਜ਼ ਨੂੰ ਲੈ ਕੇ ਮੈਂ ਬਹੁਤ ਦੁਖੀ ਹਾਂ। ਕੁਛ ਵੀ ਹੈਪਨ ਹੋਇਆ ਕਿ ਮੈਨੂੰ ਇਸ ਚੀਜ਼ ਦਾ ਬਹੁਤ ਦੁੱਖ ਹੋਇਆ, ਭਾਵੇਂ ਉਹ ਦਿਲੋਂ ਮੈਨੂੰ ਉਹਨਾਂ ਦੁੱਖ ਨਾ ਹੋਇਆ ਹੋਵੇ, ਜਾਂ ਕਿਸੇ ਚੀਜ਼ ਨੂੰ ਲੈ ਕੇ ਕਿ ਵੀ ਮੈਨੂੰ ਇਸ ਚੀਜ਼ ਦੀ ਬਹੁਤ ਖੁਸ਼ੀ ਹੋਈ। ਜਦੋਂ ਅਸੀਂ, ਜੇ ਮੈਂ ਤੁਹਾਨੂੰ ਇੱਕ ਚੀਜ਼ ਦੇ ਬਾਰੇ ਜਾਂ ਕਿਸੇ ਚੀਜ਼ ਦੇ ਬਾਰੇ ਵੀ ਮੈਨੂੰ ਇਸ ਚੀਜ਼ ਨੂੰ ਲੈ ਕੇ ਬਹੁਤ ਖੁਸ਼ੀ ਹੈ, ਮੈਂ ਆਪਣਾ ਅਸਲੀ ਚਿਹਰਾ ਤੁਹਾਡੇ ਨਾਲ ਸਾਂਝਾ ਹੀ ਨਾ ਕਰਾਂ ਤੇ ਮੇਰਾ ਮਨ ਹਲਕਾ ਕਿਵੇਂ ਹੋਏਗਾ? ਜੀ ਬਿਲਕੁਲ, ਹੈ ਨਾ। ਸੋ ਜੇ ਮੈਨੂੰ ਫਿਰ ਕੋਈ ਪਰੇਸ਼ਾਨੀ ਆ ਤੇ ਮੈਂ ਤੁਹਾਡੇ ਨਾਲ ਕਿਵੇਂ ਡਿਸਕਸ ਕਰਾਂਗੀ? ਜੇ ਮੈਂ ਤੁਹਾਨੂੰ ਇਹ ਦੱਸ ਰਹੀ ਕਿ ਮੈਨੂੰ ਤੇ ਕੋਈ ਸਮੱਸਿਆ ਹੀ ਨਹੀਂ ਮੇਰੀ ਲਾਈਫ 'ਚ, ਮੈਂ ਤੇ ਬਹੁਤ ਖੁਸ਼ ਹਾਂ। ਜੇ ਆਪਾਂ ਇਸ ਦਾਇਰੇ ਚੋਂ ਬਾਹਰ ਨਿਕਲ ਕੇ ਵੀ ਦੇਖੀਏ, ਜਿਹੜੇ ਹੁਣ ਸਾਡੇ ਅੱਜ ਕੱਲ ਆਪਾਂ ਆਲੇ ਦੁਆਲੇ ਦੇਖੀਏ, ਜੋ ਟ੍ਰੈਂਡ ਇਸ ਟਾਈਮ ਨਿਊਜ਼ੀਲੈਂਡ ਦਾ ਵਿੱਚ ਚੱਲ ਰਿਹਾ ਆ, ਕਿ ਜੇ ਮਾਈਗ੍ਰੇਸ਼ਨ ਦੀ ਗੱਲ ਕਰੀਏ, ਜਿਹੜੇ ਮਾਈਗ੍ਰੈਂਟ ਆ ਰਹੇ ਨੇ ਇੱਥੇ ਨਿਊਜ਼ੀਲੈਂਡ ਦੇ ਵਿੱਚ, ਉਹਨਾਂ ਦੀ ਇੱਕ ਆਪਣੀ ਸਟਰਗਲ ਆ, ਉਹਨਾਂ ਦੀ ਇੱਕ ਆਪਣੀ ਕਸ਼ਮਕਸ਼ ਆ ਉਹਨਾਂ ਦੇ ਦਿਲ ਦੇ ਵਿੱਚ। ਉਹਨਾਂ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਅੱਗੇ ਕੀ ਹੋਣਾ ਆ। ਬੇਸ਼ੱਕ ਇਹ ਜਿਹੜੀ ਕਸ਼ਮਕਸ਼ ਆ ਇਹ ਸਿਰਫ ਉਹਨਾਂ ਦੀ ਨਹੀਂ ਹੈ ਕਿ ਜਿਹੜੇ ਮਾਈਗ੍ਰੈਂਟ ਹੁਣ ਆ ਰਹੇ ਨੇ, ਜਿਹੜੇ ਸਾਡੇ ਵਰਗੇ ਨੇ ਉਹਨਾਂ ਦੇ ਅੰਦਰ ਵੀ ਹੈਗੀ ਆ, ਕਿਉਂਕਿ ਇਹ ਜਿਹੜੀ ਹੈ ਕਦੇ ਮੁੱਕਦੀ ਨਹੀਂ ਦੌੜ। ਦੇਖੋ, ਪ੍ਰਵਾਸ ਤਾਂ ਹਮੇਸ਼ਾ ਰਿਹਾ ਤੇ ਜਿਹੜੇ ਕੁਛ ਪਹਿਲਾਂ ਉਡਾਰੀਆਂ ਭਰ ਆਏ, ਕੁਛ ਉਦੋਂ ਬਾਅਦ, ਇੱਕ ਬੰਨਿਓ ਦੇਖੀਏ ਤੇ ਜਿਹੜੇ ਹੁਣ ਆ ਰਹੇ ਨੇ ਉਹਨਾਂ ਨੂੰ ਪੰਜਾਬ ਵਰਗਾ ਮਾਹੌਲ ਮਿਲ ਰਿਹਾ। ਜਿਹੜੇ ਬਹੁਤ ਪਹਿਲੀਆਂ ਦੇ ਵਿੱਚ ਆਏ ਉਹਨਾਂ ਨੇ ਆ ਕੇ ਇੱਕ ਬੜਾ ਅਲੱਗ ਸੰਘਰਸ਼ ਕੀਤਾ, ਤੇ ਮੈਨੂੰ ਲੱਗਦਾ ਹੁੰਦਾ ਕਿ ਉਹਨਾਂ ਦਾ ਸੰਘਰਸ਼ ਬਹੁਤ ਜ਼ਿਆਦਾ ਔਖਾ ਸੀ ਜਦੋਂ ਇੱਥੇ ਮਾਹੌਲ ਬਿਲਕੁਲ ਡਿਫਰੈਂਟ ਸੀ। ਜਿਹੜੇ ਸਾਡੇ ਪਾਇਨੀਅਰਸ ਨੇ, ਜਿਹੜੇ ਬਜ਼ੁਰਗ, ਜਿਵੇਂ ਪਹਿਲੀਆਂ ਦੇ ਵਿੱਚ ਜਿਹੜੀ ਆਈਆਂ ਫੈਮਿਲੀਜ਼, ਸੋ ਹੁਣ ਜਿਹੜਾ ਨਵਾਂ ਪੂਰ ਆ ਰਿਹਾ ਉਹਨਾਂ ਦੀਆਂ ਆਪਣੀਆਂ ਸਮੱਸਿਆਵਾਂ ਨੇ। ਉਹਨਾਂ ਨੂੰ ਭਾਵੇਂ ਦੇਖੋ, ਆਪਾਂ ਗੱਲ ਸਿਰਫ ਬਿਲਕੁਲ ਨਵੇਂ ਆਇਆਂ ਦੀ ਜੇ ਨਾ ਕਰੀਏ, ਇੱਥੇ ਤੁਸੀਂ ਹਰ ਬੰਦੇ ਦੀ ਦੇਖੋ, ਉਹਨੂੰ ਆਪਣੀ ਇੱਕ ਫਿਕਰ ਆ। ਜਿਹੜੇ ਸਿਟੀਜ਼ਨ ਨੇ ਉਹਨਾਂ ਦੀ ਕਸ਼ਮਕਸ਼, ਉਹਨਾਂ ਦੀ ਇਸ ਵੇਲੇ ਮੈਨੂੰ ਲੱਗਦਾ ਸਮੱਸਿਆ ਇਹ ਡਿਸਾਈਡ ਕਰਨ 'ਚ ਲੱਗੀ ਹੋਈ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਕਾਸਟ ਆਫ ਲਿਵਿੰਗ ਬੜੀ ਵੱਧ ਗਈ ਤੇ ਅਸੀਂ ਹੁਣ ਮਾਈਗ੍ਰੇਟ ਆਸਟ੍ਰੇਲੀਆ ਵੱਲ ਕਰੀਏ ਕਿ ਕੈਨੇਡਾ ਵੱਲ ਕਰੀਏ ਜਾਂ ਕਿਹੜੀ ਹੋਰ ਕੰਟਰੀ 'ਚ ਕਰੀਏ। ਬਿਲਕੁਲ ਸਹੀ। ਜਿਹੜੇ ਤਾਂ PR ਨੇ, ਕਈ ਉਹ ਵੇਟ ਕਰ ਰਹੇ ਨੇ ਕਿ ਸਾਡੀ ਸਿਟੀਜ਼ਨਸ਼ਿਪ ਹੋ ਜਾਵੇ, ਕਈ ਬਿਨਾਂ ਸਿਟੀਜ਼ਨਸ਼ਿਪ ਤੋਂ ਵੀ ਮੂਵ ਔਨ ਕਰ ਜਾਂਦੇ ਨੇ ਜਿਨ੍ਹਾਂ ਨੇ ਕਰਨਾ। ਜਿਹੜੇ ਵਰਕ ਵੀਜ਼ੇ ਤੇ ਨੇ ਉਹ ਸ਼ਾਇਦ ਇਸ ਵੇਲੇ ਇਸ ਉਡੀਕ ਦੇ ਵਿੱਚ ਨੇ ਕਿ ਵੀ ਸਾਡੀ ਰੈਜ਼ੀਡੈਂਸੀ ਕਦੋਂ ਹੋਣੀ ਆ। ਜਿਨ੍ਹਾਂ ਦੇ ਅਜੇ ਵਰਕ ਵੀਜ਼ਾ ਨਹੀਂ ਹੈਗਾ, ਉਹ ਉਸ ਟੈਨਸ਼ਨ 'ਚ ਨੇ ਕਿ ਅਸੀਂ ਕਿਤੇ ਅਰੇਂਜ ਕਰ ਲਈਏ, ਸਾਨੂੰ ਕਿਤੇ ਕੋਈ ਓਪਰਚੁਨਿਟੀ ਮਿਲ ਜਾਵੇ। ਹੁਣ ਇਸ ਵੇਲੇ ਜੇ ਦੇਖੀਏ ਤੇ ਬਹੁਤ ਸਾਰੇ ਭੈਣ ਭਰਾ ਜਿਹੜੇ ਕਿ ਵਿਜ਼ਿਟਰ ਵੀਜ਼ਿਆਂ ਤੇ ਵੀ ਆਏ ਨੇ। ਦੇਖੋ, ਜਿਹੜਾ ਸਟੂਡੈਂਟ ਵੀਜ਼ੇ ਤੇ ਆ ਗਿਆ, ਸਟੱਡੀ ਵੀਜ਼ੇ ਤੇ, ਉਹਨਾਂ ਦੇ ਕੋਲ ਇੱਕ ਪਰਪਸ ਹੋ ਗਿਆ ਕਿ ਉਹਨਾਂ ਨੇ ਸਟੱਡੀ ਫਿਨਿਸ਼ ਕਰਨੀ, ਇੱਕ ਰਸਤੇ ਤੇ ਪੈ ਗਿਆ। ਵਿਜ਼ਿਟਰ ਵੀਜ਼ੇ ਤੇ ਜਿਹੜੇ ਭੈਣ ਭਰਾ ਆਏ ਨੇ ਉਹਨਾਂ ਦੇ ਲਈ ਵੀ ਅਸੀਂ ਜੇ ਸੋਚ ਕੇ ਦੇਖੀਏ, ਉਹਨਾਂ ਦੇ ਵਿੱਚੋਂ ਬਹੁਤ ਅਜਿਹੇ ਨੇ ਜਿਹੜੇ ਘੁੰਮਣ ਦੇ ਪਰਪਸ ਤੇ ਲਾਉਣ ਲਈ ਆਏ। ਨਹੀਂ, ਬਿਲਕੁਲ ਸਹੀ ਗੱਲ ਹੈ। ਭਾਵੇਂ ਕਿ ਉਹਨਾਂ ਨੇ ਪ੍ਰਟੈਂਡ ਕੀਤਾ ਕਿ ਉਹ ਘੁੰਮਣ ਆਉਣਾ ਚਾਹੁੰਦੇ ਨੇ, ਪਰ ਆਪਾਂ, ਤੁਸੀਂ, ਅਸੀਂ ਸਾਰੇ ਜਾਣਦੇ ਹਾਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਆਪਾਂ ਮਿਲਦੇ ਵੀ ਆ ਉਹਨਾਂ ਲੋਕਾਂ ਨੂੰ, ਸਾਨੂੰ ਪਤਾ ਵੀ ਹੈ ਕਿ ਹਨਾ ਹਰ ਬੰਦੇ ਦਾ ਕੋਈ ਵੀ ਸਿਰਫ ਘੁੰਮਣ ਦੇ ਲਈ ਇੰਨਾ ਵੱਡਾ ਪੈਰ ਨਹੀਂ ਪੱਟਦਾ, ਨਾ ਹੀ ਇੰਨਾ ਕਿਸੇ ਕੋਲ ਖਰਚਾ ਹੁੰਦਾ ਹੈ ਕਿ ਸਿਰਫ ਆਪਾਂ ਘੁੰਮਣ ਚੱਲ ਜਾਈਏ। ਹਰ ਬੰਦਾ ਆਪਣੀ ਜ਼ਿੰਦਗੀ ਨੂੰ ਅੱਗੇ ਸੁਖਾਲਾ ਬਣਾਉਣ ਦੀ ਕੋਸ਼ਿਸ਼ ਕਰਦਾ ਹੈ, ਭਾਵੇਂ ਕਿ ਉਹ ਤਰੀਕਾ ਗਲਤ ਸੀ, ਸ਼ਾਇਦ ਉੱਥੋਂ ਕਿਸੇ ਨੇ ਗਾਈਡ ਨਹੀਂ ਸਹੀ ਕੀਤਾ, ਜਾਂ ਉਸ ਟਾਈਮ ਤੇ ਕਈ ਵਾਰੀ ਹੁੰਦਾ ਕਿ ਆਪਾਂ ਉਹ ਡਿਸੀਜ਼ਨ ਬਣਾਉਣ ਲੱਗੇ ਕਾਹਲੀ ਕਰ ਲਈ, ਜਾਂ ਅਸੀਂ ਪੂਰਾ ਉਸ ਚੀਜ਼ ਨੂੰ ਸਟੱਡੀ ਨਹੀਂ ਕੀਤਾ, ਜਾਣ ਨਹੀਂ ਸਕੇ, ਨੌਲੇਜ ਨਹੀਂ ਸੀ। ਅਸੀਂ ਨਾ ਬਹੁਤ ਵਾਰ ਜਦੋਂ ਕੋਈ ਫੈਸਲਾ ਲੈ ਲੈਂਦੇ ਹਾਂ, ਉਸ ਤੋਂ ਬਾਅਦ ਉਹਦੇ ਜਦੋਂ ਸਿੱਟੇ ਅਸੀਂ ਭੁਗਤਦੇ ਹਾਂ, ਫਿਰ ਔਖੇ ਬੜੇ ਹੁੰਦੇ ਨੇ। ਪਰ ਹਾਂ,
ਇਸੇ ਤਰ੍ਹਾਂ ਠੋਕਰਾਂ ਖਾ ਖਾ ਕੇ ਜ਼ਿੰਦਗੀ ਦੇ ਵਿੱਚ ਅੱਗੇ ਵਧਿਆ ਜਾਂਦਾ ਹੈ ਤੇ ਜਿਹੜੇ ਨਵੇਂ ਤਜਰਬੇ ਹਾਸਲ ਹੁੰਦੇ ਨੇ ਜੀ ਇਹ ਵੀ ਜ਼ਰੂਰੀ ਹੈ ਕਿ ਅਸੀਂ ਜਿੱਦਾਂ ਆਪਾਂ ਗੱਲਬਾਤ ਦੀ ਵੀ ਗੱਲ ਕਰਦੇ ਆ ਨਾ, ਜਦੋਂ ਆਪਾਂ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਜਦੋਂ ਕੰਮ ਵਿਗੜ ਜਾਣਾ ਉਹ ਸਭ ਆਪਾਂ ਉਦੋਂ ਹੀ ਗੱਲਬਾਤ ਕਰਨੀ ਹੈ ਨਾ। ਜਦੋਂ ਤੁਸੀਂ ਇੱਕ ਵਾਰੀ ਪੈਰ ਪੱਟਣ ਬਾਰੇ ਸੋਚ ਹੀ ਲਿਆ ਆ ਤੇ ਕਿਉਂ ਨਾ ਆਪਾਂ ਪਹਿਲਾਂ ਗੱਲਬਾਤ ਕਰਕੇ ਦੇਖ ਲਈਏ, ਕਿਉਂਕਿ ਮੇਰੇ ਖਿਆਲ ਨਾਲ ਜੇ ਹੁਣ ਮੈਂ ਮਾਈਗ੍ਰੇਸ਼ਨ ਦੀ ਗੱਲ ਕਰਾਂ ਤੇ ਪੰਜਾਬ ਦੇ ਵਿੱਚੋਂ ਹਰ ਪਰਿਵਾਰ ਦਾ ਜੀ ਬਾਹਰ ਹੈ ਨਾ ਪਰਿਵਾਰ ਦਾ ਨਾਂ ਵੀ ਹੋਊਗਾ, ਪਿੰਡ ਦਾ ਹੋਊਗਾ, ਮਹੱਲੇ ਦਾ ਹੋਊਗਾ, ਹਨਾ। ਸੋ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਜੇ ਆਪਾਂ ਆਪਣੇ ਦਿਲ ਦੇ ਵਿੱਚ ਆਪਣੇ ਦਿਮਾਗ ਦੇ ਵਿੱਚ ਇਹ ਗੱਲ ਬਿਠਾ ਲਈਏ ਕਿ ਫਲਾਣੇ ਨੇ ਤਾਂ ਮੈਨੂੰ ਗਲਤ ਸਲਾਹ ਹੀ ਦੇਣੀ ਆ, ਹੋ ਸਕਦਾ ਉਹ ਤੁਹਾਡੀ ਭਲਾਈ ਦੇ ਵਾਸਤੇ ਕੁਝ ਕਹਿੰਦਾ ਹੋਵੇ, ਹੈਨਾ। ਸੋ ਇਸ ਦੇ ਨਾਲੋਂ ਕਿ ਅੱਗੇ ਜਾ ਕੇ ਤੁਸੀਂ ਕੋਈ ਡਿਪਰੈਸ਼ਨ ਦੇ ਸ਼ਿਕਾਰ ਹੋ ਜਾਂ ਤੁਹਾਨੂੰ ਇੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ, ਉਹਦੇ ਨਾਲੋਂ ਬਿਹਤਰ ਹੈ ਕਿ ਤੁਸੀਂ ਪਹਿਲਾਂ ਸਲਾਹ ਲੈ ਲਓ ਕਿ ਸ਼ਾਇਦ ਤੁਹਾਨੂੰ ਚੰਗੀ ਸਲਾਹ ਮਿਲ ਜਾਵੇ। ਮੈਂ ਬਹੁਤ ਇੱਥੇ ਦੇਖ ਚੁੱਕੀ ਹਾਂ ਜਿਹੜੇ ਵੀਰ ਭੈਣ ਮੈਨੂੰ ਮਿਲੇ ਨੇ ਕਿ ਜਿਨ੍ਹਾਂ ਨੇ ਜਿਹੜੇ ਬਿਲਕੁਲ ਬਿਨਾਂ ਸਲਾਹ ਤੋਂ ਇੱਥੇ ਆਏ ਹੋਏ ਨੇ, ਜਿਹੜੇ ਕਿ ਜਾਣਦੇ ਨੇ ਸਾਨੂੰ ਪਰਸਨਲੀ, ਉਹਨਾਂ ਨੇ ਪਹਿਲਾਂ ਇਹ ਚੀਜ਼ ਦੀ ਕੋਸ਼ਿਸ਼ ਨਹੀਂ ਕੀਤੀ ਕਿ ਸਾਡੇ ਤੋਂ ਪੁੱਛਣ ਜਾਂ ਸਾਨੂੰ ਦੱਸਣ, ਕਿਉਂਕਿ ਇੱਕ ਨਾ ਬੜੀ ਪਰਸੈਪਸ਼ਨ ਆਪਣੇ ਦਿਮਾਗ ਦੇ ਵਿੱਚ ਹੁੰਦੀ ਹੈ। ਸ਼ਾਇਦ ਜਦੋਂ ਅਸੀਂ ਉੱਥੇ ਸੀ ਸਾਡੇ ਵੀ ਸ਼ਾਇਦ ਇਹੀ ਹੋਵੇ ਹਾਂਜੀ ਕਿ ਜਦੋਂ ਉੱਥੋਂ ਅਸੀਂ ਆਉਣਾ ਹੁੰਦਾ ਸਾਨੂੰ ਲੱਗਦਾ ਹੈ ਕਿ ਜੇ ਕੋਈ ਬੰਦਾ ਪਹਿਲਾਂ ਉੱਥੇ ਪਹੁੰਚਿਆ ਸੀ ਦੱਸਣਾ ਨਹੀਂ, ਕਿ ਜੇ ਅਸੀਂ ਦੱਸਿਆ ਉਹ ਸਾਨੂੰ ਉਹ ਮਨਾ ਕਰਨਗੇ, ਜੇ ਉਹ ਮਨਾ ਕਰਨਗੇ ਕਿਸੇ ਵੈਲਿਡ ਰੀਜ਼ਨ ਤੋਂ ਵੀ ਤਾਂ ਸਾਨੂੰ ਲੱਗੇਗਾ ਕਿ ਨਹੀਂ ਉਹ ਚਾਹੁੰਦੇ ਨੇ ਕਿ ਅਸੀਂ ਉਹਨਾਂ ਦੇ ਬਰਾਬਰ ਆ ਜਾਈਏ। ਇੱਕ ਬੜਾ ਵੱਡਾ ਮੈਨੂੰ ਲੱਗਦਾ ਸਾਡੀ ਕੰਪੀਟੀਸ਼ਨ ਦਾ ਹਿਸਾਬ ਲਾ ਲਓ ਕਿ ਅਸੀਂ ਇੱਕ ਦੂਜੇ ਦੇ ਨਾਲ ਹੀ ਕੰਪੀਟ ਕਰਨ ਦੇ ਉੱਤੇ ਤੁਲੇ ਹੋਏ ਆ ਕਿ ਅਸੀਂ ਕਿਸੇ ਤੋਂ ਮੂਹਰੇ ਨਿਕਲ ਜਾਣਾ ਆ। ਸੋ ਉਸ ਸ਼ਰੀਕੇਬਾਜ਼ੀ ਦੇਸੀ ਭਾਸ਼ਾ ਦੇ ਵਿੱਚ ਨਹੀਂ ਕਹਿ ਸਕਦੇ ਤੇ ਮੂਹਰੇ ਨਿਕਲਣ ਦੀ ਦੌੜ ਦੇ ਵਿੱਚ ਕੀ ਕਰਦੇ ਆ ਕਿ ਅਸੀਂ ਆਪਣਾ ਹੀ ਨੁਕਸਾਨ ਕਰਵਾ ਕੇ ਬੈਠ ਜਾਂਦੇ ਆ ਕਈ ਵਾਰੀ, ਫਿਰ ਸਾਡੇ ਵੀ ਹੱਥ ਪੱਲੇ ਕੁਝ ਨਹੀਂ ਬਚਦਾ ਹੈਗਾ, ਫਿਰ ਅਸੀਂ ਇਸ ਤਰ੍ਹਾਂ ਕਰਦੇ ਆ ਕਿ ਅਸੀਂ ਸ਼ਾਇਦ ਬਹੁਤ ਡਿਪਰੈਸ਼ਨ ਦੇ ਵਿੱਚ ਆ। ਪਰ ਮੈਨੂੰ ਲੱਗਦਾ ਕਿ ਕਈ ਵਾਰੀ ਕਈ ਸਿੱਟਿਆਂ ਦੇ ਜਿਹੜੇ ਕਈ ਨਤੀਜਿਆਂ ਦੇ ਜ਼ਿੰਮੇਵਾਰ ਅਸੀਂ ਆਪ ਹੀ ਹੁੰਦੇ ਆ ਜੀ, ਹਨਾ। ਦੇਖੋ ਜਿਹੜੀ ਇਹ ਪਰਸੈਪਸ਼ਨ ਬਣੀ, ਹੋ ਸਕਦਾ ਕਈਆਂ ਦੇ ਨਾਲ ਇਦਾਂ ਹੋਈ ਵੀ ਹੋਵੇ ਕਿ ਉਹਨਾਂ ਨੂੰ ਕਿਸੇ ਨੇ ਸਹੀ ਗਾਈਡ ਨਾ ਵੀ ਕੀਤਾ ਹੋਵੇ, ਪਰ ਹਰ ਵੇਲੇ ਹਰ ਚੀਜ਼ ਕਿਸੇ ਵੀ ਅਜ਼ੰਪਸ਼ਨ ਨੂੰ ਅਸੀਂ ਸੱਚ ਮੰਨ ਲਈਏ, ਉਸ ਤੇ ਰਿਐਕਟ ਕਰੀਏ ਜਾਂ ਉਹਦੇ ਅਕੋਰਡਿੰਗ ਕੰਮ ਕਰ ਲਈਏ, ਮੈਨੂੰ ਲੱਗਦਾ ਹੁੰਦਾ ਆਪਣੇ ਤਜਰਬੇ ਦੇ ਵਿੱਚੋਂ ਆਪਣੇ ਐਕਸਪੀਰੀਅੰਸ ਤੋਂ ਸਾਨੂੰ ਜ਼ਰੂਰ ਸੋਚਣਾ ਚਾਹੀਦਾ। ਕੋਈ ਵੀ ਡਿਸੀਜਨ ਅਸੀਂ ਆਪਣੀ ਜ਼ਿੰਦਗੀ ਦਾ ਬਣਾਉਣਾ, ਕੋਈ ਵੀ ਵੱਡਾ ਫੈਸਲਾ ਲੈਣਾ, ਤੇ ਜਿਹੜੇ ਬੰਦੇ ਤੇ ਤੁਹਾਨੂੰ ਇੱਕ ਨਾ ਵਾਈਬ ਹੁੰਦੀ ਹੈ, ਕਿਸੇ ਨਾਲ ਤੁਹਾਡੀ ਵਾਈਬ ਮੈਚ ਹੋ ਜਾਂਦੀ, ਕਿਸੇ ਨਾਲ ਨਹੀਂ ਵੀ ਹੁੰਦੀ, ਤੇ ਜ਼ਰੂਰ ਖੁੱਲ ਕੇ ਗੱਲ ਕਰ ਲੈਣੀ ਚਾਹੀਦੀ। ਖੈਰ ਅਸੀਂ ਗੱਲ ਕਰ ਰਹੇ ਸੀ ਕਿ ਮੈਂਟਲ ਹੈਲਥ ਅਵੇਅਰਨੈਸ ਵੀਕ ਹੈ, ਅਸੀਂ ਗੱਲਾਂ ਕਰ ਰਹੇ ਸੀ, ਬਹੁਤ ਸਟ੍ਰੈਸਫੁਲ ਲਾਈਫ ਆ ਜੀ, ਮੈਂਟਲੀ ਜਿਹੜਾ ਸਟ੍ਰੈਸ ਹੈ ਅਸੀਂ ਮਹਿਸੂਸ ਕਰ ਸਕਦੇ ਹਾਂ ਡੈਫੀਨੇਟਲੀ। ਇੱਕ ਅੱਜ ਕੱਲ੍ਹ ਤੇ ਜਿਵੇਂ ਕਾਸਟ ਆਫ ਲਿਵਿੰਗ ਕਰਕੇ ਫਾਈਨੈਂਸ਼ੀਅਲ ਪ੍ਰੈਸ਼ਰ ਸਾਰਿਆਂ ਤੇ ਪਿਆ ਹੋਇਆ, ਇਹਨੇ ਵੀ ਥੋੜਾ ਜਿਹਾ ਸਟ੍ਰੈਸ ਵਧਾਇਆ ਹੋਇਆ, ਪਰ ਉਸ ਤੋਂ ਬਿਨਾਂ ਵੀ ਬੜੀ ਚੀਜ਼ਾਂ ਦਾ ਸਟ੍ਰੈਸ ਹੋ ਜਾਂਦਾ। ਤੁਸੀਂ ਮਾਈਗ੍ਰੈਂਟ ਕਮਿਊਨਿਟੀ ਦੀ ਗੱਲ ਕੀਤੀ, ਆਪਾਂ ਉਸੇ ਦੇ ਵਿੱਚ ਹੀ ਆਉਂਦੇ ਆ, ਪਰ ਉਹ ਇਹ ਹੈ ਕਿ ਹੁਣ ਜਿਵੇਂ ਅਲੱਗ-ਅਲੱਗ ਪੂਰ ਨੇ ਉਹ ਉਸੇ ਤਰੀਕੇ ਦੇ ਨਾਲ ਹਰ ਇੱਕ ਦਾ ਆਪਣਾ ਸਟ੍ਰੈਸ ਹੋ ਜਾਂਦਾ। ਜਿਹੜੇ ਨਵੇਂ ਆਏ ਨੇ ਉਹਨਾਂ ਨੂੰ ਭਾਵੇਂ ਅਜੇ ਓਪਰਚੁਨਿਟੀਜ਼ ਦੀ ਭਾਲ ਹੈ, ਜਿਹੜੇ ਪੁਰਾਣੇ ਆਏ ਨੇ ਉਹ ਵੀ ਅੱਗੋਂ ਅਗਲੇਰੀਆਂ ਓਪਰਚੁਨਿਟੀਜ਼ ਦੀ ਭਾਲ ਦੇ ਵਿੱਚ। ਹਾਂਜੀ ਬਿਲਕੁਲ, ਮੈਂ ਪੁਰਾਣਿਆਂ ਦੀ ਵੀ ਗੱਲ ਕਰਦੀ ਹਾਂ। ਜੇ ਤੁਸੀਂ ਖਬਰਾਂ ਪੜ੍ਹੀਆਂ ਸੁਣੀਆਂ ਹੋਣਗੀਆਂ ਤੇ ਤੁਹਾਨੂੰ ਪਤਾ ਹੈ ਕਿ ਸਾਡੀ ਭਾਈਚਾਰੇ ਦੇ ਵਿੱਚੋਂ ਸਾਨੂੰ ਬਹੁਤ ਹੀ ਜਿਹੜੀਆਂ ਦੁਖਦਾਇਕ ਖਬਰਾਂ ਨੇ ਸੁਣਨ ਨੂੰ ਮਿਲੀਆਂ ਨੇ, ਹੈਨਾ, ਜਿਹੜਾ ਕਿ ਇਸੀ ਮੈਂਟਲ ਅਵੇਅਰਨੈਸ ਦੇ ਵਿੱਚੋਂ ਹੀ ਨਿਕਲ ਕੇ ਆਉਂਦਾ, ਜਿਹੜੇ ਕਿ ਡਿਪਰੈਸ਼ਨ ਦੇ ਵਿੱਚ ਸੀਗੇ ਤੇ ਜਿਨ੍ਹਾਂ ਨੇ ਬੜੇ ਹੀ ਸਹੀ ਫੈਸਲੇ ਨਹੀਂ ਲਏ, ਆਪਾਂ ਮੈਂ ਕਹਿ ਸਕਦੀ ਹਾਂ। ਤੇ ਸਾਡੇ ਬਹੁਤ ਭੈਣ ਭਰਾ ਕਈ ਅਜਿਹੇ ਵੀ ਨੇ, ਤੁਹਾਡੇ ਵੀ ਆਸ-ਪਾਸ ਹੋਣਗੇ, ਤੁਸੀਂ ਵੀ ਦੇਖੇ ਹੋਣਗੇ, ਮਹਿਸੂਸ ਕੀਤਾ ਹੋਏਗਾ ਕਿ ਉਹਨਾਂ ਦੇ ਬਿਹੇਵੀਅਰ 'ਚ ਕੁਝ ਚੇਂਜ ਹੈ। ਹਾਂਜੀ, ਜੇ ਅਸੀਂ ਦੇਖੀਏ ਤਾਂ ਅਸੀਂ ਜ਼ਰੂਰ ਉਹਨਾਂ ਨੂੰ ਐਟਲੀਸਟ ਇਹ ਪੁੱਛ ਲਈਏ, ਬਿਲਕੁਲ ਇੱਕ ਵਾਰੀ ਮੈਸੇਜ ਕਰ ਲਈਏ ਕਿ ਤੁਸੀਂ ਠੀਕ ਮਹਿਸੂਸ ਕਰ ਰਹੇ ਹੋ ਜਾਂ ਅੱਜ ਤੁਹਾਡਾ ਦਿਨ ਕਿਵੇਂ ਰਿਹਾ। ਜੇ ਅਸੀਂ ਰੋਜ਼ ਨਹੀਂ ਕਰ ਸਕਦੇ, ਸ਼ਾਇਦ ਦੂਜੇ ਤੀਜੇ ਦਿਨ ਵੀ ਕਦੇ ਖੁੱਲ ਕੇ ਗੱਲ ਕਰ ਲਓ। ਵੀਕਐਂਡ ਤੇ ਜੇ ਟਾਈਮ ਹੈ ਤੇ ਅਸੀਂ ਮਿਲ ਲਈਏ, ਗੱਲ ਕਰ ਲਈਏ, ਇੱਕ ਵਾਰੀ ਕਿਸੇ ਦਾ ਮਨ ਹਲਕਾ ਹੋ ਜਾਏਗਾ ਤੇ ਸ਼ਾਇਦ ਉਹ ਜੇ ਕੋਈ ਡਿਸੀਜਨ ਬਣਾਉਂਦਾ ਹੋਏਗਾ ਤੇ ਉਹਦਾ ਸ਼ਾਇਦ ਬਦਲ ਸਕੇ, ਥੋੜਾ ਜਿਹਾ ਮਨ ਬਦਲ ਜਾਵੇ, ਜਾਂ ਜੇ ਮੋਟੀਵੇਟ ਕਰ ਸਕੀਏ ਥੋੜਾ ਜਿਹਾ, ਕਿਸੇ ਨੂੰ ਅਸੀਂ ਕਿਸੇ ਐਕਟੀਵਿਟੀ 'ਚ ਬਿਜ਼ੀ ਕਰ ਸਕੀਏ। ਮੇਰੇ ਖਿਆਲ ਇਹ ਸਭ ਤੋਂ ਵੱਡੀ ਸੇਵਾ ਹੋਏਗੀ ਕਿ ਜੇ ਕੋਈ ਇਸ ਪਾਸੇ ਵੱਲ ਜਾ ਰਿਹਾ, ਜੇ ਤੁਹਾਨੂੰ ਲੱਗ ਰਿਹਾ ਹੈ ਕਿ ਇਸ ਪਾਸੇ ਵੱਲ ਕੋਈ ਜਾ ਰਿਹਾ, ਤੁਹਾਨੂੰ ਮਹਿਸੂਸ ਹੋ ਰਿਹਾ, ਤੇ ਜ਼ਰੂਰ ਥੋੜੀ ਜਿਹੀ ਹੱਲਾਸ਼ੇਰੀ ਦੇਣ ਦੇ ਨਾਲ ਸ਼ਾਇਦ ਉਸ ਬੰਦੇ ਦਾ ਜ਼ਿੰਦਗੀ ਦੇ ਵਿੱਚ ਇੰਟਰਸਟ ਜਿਹੜਾ ਉਹ ਵਾਪਸ ਆ ਜਾਵੇ। ਕੁੜੀਆਂ ਚਿੜੀਆਂ ਦੀ ਵੀ ਆਪਾਂ ਗੱਲ ਕਰਦੇ ਹਾਂ ਕਿ ਜਿੱਦਾਂ ਆਪਾਂ ਡਿਪਰੈਸ਼ਨ ਦੀ ਗੱਲ ਉਸ ਦਿਨ ਨਵਰੂਪ ਭੈਣ ਹੁਣ ਵੀ ਕਰਦੇ ਪਏ ਸੀਗੇ ਕਿ ਜਿਹੜੀਆਂ ਪ੍ਰੈਗਨੈਂਸੀ ਪੋਸਟ ਪ੍ਰੈਗਨੈਂਸੀ ਦੀ ਜਿਹੜੀ ਕਹਿੰਦੇ ਨੇ ਡਿਪਰੈਸ਼ਨ ਹੋ ਜਾਂਦੇ ਨੇ, ਸ਼ਿਕਾਰ ਹੋ ਜਾਂਦੀਆਂ ਨੇ, ਜਾਂ ਈਵਨ ਦੋ ਕਿ ਪ੍ਰੈਗਨੈਂਸੀ ਦੇ ਟਾਈਮ ਤੇ ਵੀ ਮੈਂ ਸੁਣਿਆ ਕਿ ਕਈ ਕੁੜੀਆਂ ਬਹੁਤ ਸੋਚਾਂ ਵਿੱਚ ਰਹਿੰਦੀਆਂ ਨੇ ਨਾ, ਡਰ ਲੱਗਦਾ ਕਿਉਂਕਿ ਉਹ ਇੱਕ ਬੜਾ ਅਲੱਗ ਜਿਹਾ ਫੇਸ ਹੁੰਦਾ। ਫਿਰ ਤੁਹਾਨੂੰ ਆਉਣ ਵਾਲੇ ਸਮੇਂ ਦੇ ਲਈ ਡਰ ਲੱਗ ਰਿਹਾ ਹੁੰਦਾ ਕਿ ਤੁਹਾਨੂੰ
ਕਿਵੇਂ ਦਾ ਐਕਸਪੀਰੀਅੰਸ ਰਹਿਣਾ, ਕਿਉਂਕਿ ਹਰ ਇੱਕ ਦੀ ਆਪਣੀ ਵੱਖਰੀ ਕਹਾਣੀ ਹੁੰਦੀ ਹੈ। ਦੇਖੋ ਇੱਕ ਪੈਦਾ ਹੋਣਾ ਕਿਸੇ ਇਨਸਾਨ ਦਾ ਬਹੁਤ ਵੱਡੀ ਗੱਲ ਹੈ। ਨਾਲੇ ਨਾ ਇੱਕ ਇੱਥੇ ਇਹ ਵੀ ਚੀਜ਼ ਹੈਗੀ ਹੈ ਕਿ ਇੱਥੇ ਸਾਡੇ ਨਾਲ ਕੋਈ ਨਹੀਂ ਹੁੰਦਾ ਹੈਗਾ। ਆਪਾਂ ਪੰਜਾਬ ਦੀ ਗੱਲ ਕਰੀਏ, ਉੱਥੇ ਸਾਡੀਆਂ ਮਾਵਾਂ ਸੱਸਾਂ ਸਾਰੀਆਂ ਸਾਡੇ ਨਾਲ ਹੁੰਦੀਆਂ ਨੇ। ਇੱਥੇ ਥੋੜਾ ਜਿਹਾ ਇਹ ਵੀ ਹੋ ਜਾਂਦਾ ਕਿ ਆਪਣੇ ਨਾਲ ਕੋਈ ਨਹੀਂ ਹੁੰਦਾ, ਸਲਾਹ ਦੇਣ ਵਾਲਾ ਨਹੀਂ, ਕੋਈ ਦੱਸਣ ਵਾਲਾ ਨਹੀਂ ਹੈਗਾ। ਕਾਫੀ ਪਰਿਵਾਰ ਨੇ ਜਿਨ੍ਹਾਂ ਦੇ ਵਿੱਚ ਹਾਂਜੀ ਹੈਨਾ। ਤੇ ਮੈਂ ਇੱਕ ਚੀਜ਼ ਹੋਰ ਵੀ ਨੋਟਿਸ ਕੀਤੀ ਹੈ ਕਿ ਜਦੋਂ ਕੋਈ ਔਰਤ ਮਾਂ ਬਣਨ ਵਾਲੀ ਹੁੰਦੀ ਆ ਤੇ ਜਿਹੜੀਆਂ ਸਲਾਹਾਂ ਦੇਣ ਵਾਲੀਆਂ ਹੁੰਦੀਆਂ ਵੀ ਨੇ, ਕੁੜੀਆਂ ਚਿੜੀਆਂ ਜਾਂ ਕੁਝ ਹੋਰ, ਮੈਂ ਅਕਸਰ ਦੇਖਿਆ ਕਿ ਉਹ ਜ਼ਿਆਦਾਤਰ ਆਪਣੀਆਂ ਨੈਗੇਟਿਵ ਚੀਜ਼ਾਂ ਹੀ ਸ਼ੇਅਰ ਕਰਦੀਆਂ ਨੇ ਹੈਨਾ ਉਸ ਔਰਤ ਦੇ ਨਾਲ, ਕਿ ਮੈਨੂੰ ਆਹ ਪ੍ਰੋਬਲਮ ਹੋਈ ਸੀਗੀ, ਮੇਰੇ ਨਾਲ ਆਹ ਚੀਜ਼ ਹੋਈ ਸੀਗੀ, ਮੈਂ ਤਾਂ 9 ਮਹੀਨੇ ਬੜੀ ਪਰੇਸ਼ਾਨ ਰਹੀ, ਆਖਰੀ ਸਮਾਂ ਬਹੁਤ ਔਖਾ ਹੋਇਆ। ਤੇ ਉਹ ਚੀਜ਼ ਮੇਰੇ ਖਿਆਲ ਨਾਲ ਜਿਹੜੀ ਮਾਂ ਬਣਨ ਵਾਲੀ ਉਹਨੂੰ ਡਰਾਉਂਦੀ ਆ ਹੈਨਾ। ਮੈਂ ਆਪਣੀ ਗੱਲ ਤੁਹਾਨੂੰ ਦੱਸਦੀ ਹਾਂ ਕਿ ਜਦੋਂ ਮੇਰੀ ਬੇਟੀ ਹੋਣ ਵਾਲੀ ਸੀਗੀ ਤੇ ਇੱਕ ਸਿਰਫ ਇੱਥੇ ਵਾਲਿਆਂ ਨੇ ਨਹੀਂ, ਉਹਨਾਂ ਨੇ ਇੱਕ ਬੜਾ ਵੱਡਾ ਹਊਆ ਬਣਾਇਆ ਹੋਇਆ ਸੀਗਾ ਕਿ ਜੇ ਵੱਡਾ ਆਪਰੇਸ਼ਨ ਹੋ ਗਿਆ ਫਿਰ ਸੋ ਮਤਲਬ ਸੀ ਸੈਕਸ਼ਨ ਨੂੰ ਇੱਕ ਬਹੁਤ ਵੱਡਾ ਹਊਆ ਜਿਹਾ ਬਣਾ ਕੇ ਦੱਸਿਆ ਜਾਂਦਾ ਸੀਗਾ ਕਿ ਬਹੁਤ ਕੁਝ ਗਲਤ ਹੋ ਜਾਣਾ ਸਾਡੇ ਦੇ ਨਾਲ ਜੇ ਸਾਡਾ ਇਸ ਤਰ੍ਹਾਂ ਦਾ ਕੁਝ ਹੋ ਜਾਂਦਾ ਆ। ਤੇ ਉਹਦੇ ਨਾਲ ਕੀ ਹੈ ਕਿ ਸਾਡੇ ਦਿਮਾਗ ਦੇ ਵਿੱਚ ਵੈਸੇ ਹੀ ਇੱਕ ਤਾਂ ਡਰ ਹੁੰਦਾ ਆ ਜਿਹਨੇ ਪਹਿਲੀ ਵਾਰੀ ਮਾਂ ਬਣਨਾ ਉਸ ਔਰਤ ਨੇ, ਦੂਸਰਾ ਉਸਨੂੰ ਇਸ ਤਰ੍ਹਾਂ ਦੀਆਂ ਗੱਲਾਂ ਕਰ ਕਰਕੇ ਡਰਾ ਦਿੱਤਾ ਜਾਂਦਾ ਆ। ਤੇ ਉਹ ਪੋਸਟ ਡਿਲੀਵਰੀ ਦੇ ਵਿੱਚ ਵੀ ਜਦੋਂ ਤੁਸੀਂ ਉਸ ਟਾਈਮ ਵੀ ਤੇ ਬਾਅਦ ਵਿੱਚ ਵੀ ਜਦੋਂ ਤੁਹਾਡੇ ਨਾਲ ਗੱਲ ਕਰਨ ਵਾਲਾ ਕੋਈ ਨਹੀਂ ਹੈਗਾ, ਜਿਹਨੂੰ ਤੁਸੀਂ ਐਗਜ਼ੈਕਟ ਦੱਸ ਹੀ ਨਹੀਂ ਸਕਦੇ, ਜਾਂ ਤੁਹਾਨੂੰ ਲੱਗਦਾ ਹੈ ਕਿ ਮੂਹਰਿਓਂ ਰਿਸਪੌਂਸ ਉਦਾਂ ਦਾ ਹੀ ਮਿਲਣਾ ਆ ਕਿ ਉਹਨਾਂ ਨੇ ਵੀ ਸਾਨੂੰ ਨੈਗੇਟਿਵ ਚੀਜ਼ਾਂ ਹੀ ਦੱਸਣੀਆਂ ਨੇ, ਫਿਰ ਬੰਦਾ ਆਪਣੇ ਆਪ ਅੰਦਰ ਹੀ ਘੁੱਟਦਾ ਰਹਿੰਦਾ ਹੈ ਉਸ ਚੀਜ਼ ਨੂੰ ਲੈ ਕੇ। ਜੀ ਬਿਲਕੁਲ, ਮੈਨੂੰ ਲੱਗਦਾ ਕਿ ਵੈਸੇ ਵੀ ਹਾਰਮੋਨਸ ਦਾ ਲੈਵਲ ਅਪ ਐਂਡ ਡਾਊਨ ਉਸ ਵੇਲੇ ਹੋਣੇ ਸ਼ੁਰੂ ਲਾਜ਼ਮੀ ਨੇ। ਤੇ ਜਦੋਂ ਹਾਰਮੋਨਸ ਚੇਂਜ ਹੁੰਦੇ ਨੇ, ਤੁਹਾਡੇ ਹਾਰਮੋਨਸ ਦੇ ਕਾਊਂਟਸ ਵੱਧਦੇ ਘਟਦੇ ਨੇ ਤੇ ਤੁਹਾਡੇ ਮੂਡ ਸਵਿੰਗਸ ਆਉਣੇ ਬਹੁਤ ਨਾਰਮਲ ਜੀ ਗੱਲ ਆ। ਇਸ ਸਮੇਂ ਨੂੰ ਜਿਹੜੀਆਂ ਭੈਣਾਂ ਹੰਢਾ ਚੁੱਕੀਆਂ ਨੇ ਉਹ ਸ਼ਾਇਦ ਜ਼ਿਆਦਾ ਚੰਗੀ ਤਰ੍ਹਾਂ ਰਿਲੇਟ ਕਰ ਸਕਦੀਆਂ ਹੋਣ, ਪਰ ਜਿਨ੍ਹਾਂ ਨੇ ਅਜੇ ਹੰਢਾਉਣਾ ਆ ਉਹਨਾਂ ਨੂੰ ਵੀ ਅਸੀਂ ਇਹ ਜ਼ਰੂਰ ਕਹਿ ਸਕਦੇ ਹਾਂ ਆਪਣੇ ਨਿੱਜੀ ਤਜਰਬਿਆਂ ਦੇ ਵਿੱਚੋਂ ਕਿ ਕੋਈ ਇੱਦਾਂ ਦੀ ਗੱਲ ਨਹੀਂ ਹੁੰਦੀ ਕਿ ਤੁਹਾਡੇ ਨਾਲ ਕਈ ਵਾਰੀ ਨਾ ਸੱਸਾਂ ਕਹਿ ਦਿੰਦੀਆਂ ਹੁੰਦੀਆਂ ਸੀ ਕਿ ਇਹ ਕਿਹੜੀ ਪਹਿਲੀ ਹੈ ਜਿਹਨੇ ਨਿਆਣਾ ਜੰਮਣਾ, ਪਰ ਮੇਰੇ ਖਿਆਲ ਨਾਲ ਸਹੀ ਵੀ ਆ ਵੀ ਇਹ ਕੋਈ ਬਿਮਾਰੀ ਨਹੀਂ ਹੈ। ਹਾਂ, ਕਿ ਕਈ ਵਾਰੀ ਕੀ ਹੁੰਦਾ ਕਿ ਜਦੋਂ ਤੁਹਾਨੂੰ ਪਤਾ ਲੱਗਦਾ ਤੁਸੀਂ ਪਹਿਲੇ ਦਿਨ ਤੋਂ ਕਹਿੰਦੇ ਹੋ ਕਿ ਵੀ ਹਾਂ ਵੀ ਮੈਂ ਜਿਵੇਂ ਬਿਮਾਰਾਂ ਵਾਂਗੂ ਬਿਹੇਵ ਕਰਨਾ, ਸ਼ਾਇਦ ਉਹ ਆਪਣੇ ਆਪ ਨੂੰ ਬਿਮਾਰ ਕਰਨਾ ਜਾਂ ਬਿਮਾਰੀ ਨੂੰ ਵਾਜਾ ਮਾਰਨਾ ਹੀ ਹੈ। ਜੀ ਬਿਲਕੁਲ, ਕਿ ਨਾਰਮਲ ਰਹਿਣਾ ਜਾਂ ਆਪਣੀ ਐਕਟੀਵਿਟੀਜ਼ ਨੂੰ ਕਿ ਆਪਣਾ ਖਿਆਲ ਰੱਖਣ ਦਾ ਜਿਹੜਾ ਸਾਡਾ ਫਰਜ਼ ਬਣਦਾ। ਤੇ ਦੇਖੋ ਮੈਂਟਲ ਸਟ੍ਰੈਸ ਦੇ ਨਾਲ ਬਹੁਤ ਸਾਰੇ ਨੁਕਸਾਨ ਵੀ ਹੁੰਦੇ ਨੇ, ਆਪ ਵੀ ਹੰਡਾਏ ਨੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜ਼ਿੰਦਗੀ ਦਾ ਹਿੱਸਾ ਨੇ। ਦੁੱਖ ਸੁੱਖ ਮੈਨੂੰ ਲੱਗਦਾ ਜ਼ਿੰਦਗੀ ਦੇ ਵਿੱਚ ਆਉਣੇ ਲਾਜ਼ਮੀ ਨੇ। ਹਾਂ, ਜਦੋਂ ਕੋਈ ਚੀਜ਼ ਤੁਹਾਡੇ ਤੋਂ ਖੁੱਸਦੀ ਹੈ ਤੁਹਾਨੂੰ ਔਖਾ ਤਾਂ ਬਹੁਤ ਲੱਗਦਾ, ਪਰ ਕਿਉਂਕਿ ਤੁਹਾਡੀ ਜ਼ਿੰਦਗੀ ਤਾਂ ਨਹੀਂ ਖਤਮ ਹੋਈ, ਤੁਹਾਡੀ ਜ਼ਿੰਦਗੀ ਅਜੇ ਬਾਕੀ ਹੈ, ਤੁਹਾਡੇ ਬਾਕੀ ਪਰਿਵਾਰ ਦੇ ਜੀ ਜਿਹੜੇ ਨੇ ਉਹਨਾਂ ਦੀ ਜ਼ਿੰਦਗੀ ਹੈ। ਨਾਲੇ ਜੀ ਅਸੀਂ ਉਸੇ ਪੜਾਅ ਦੇ ਉੱਤੇ ਖੜੇ ਰਵਾਂਗੇ ਤੇ ਫਿਰ ਸਾਡਾ ਅੱਗੇ ਵਧਣ ਦਾ ਹਰ ਰਸਤਾ ਬੰਦ ਹੋ ਜਾਂਦਾ ਹੈ। ਬਿਲਕੁਲ, ਖੜੇ ਹੋਏ ਪਾਣੀ ਵੀ ਬੁੱਸ ਜਾਂਦਾ ਹੈ। ਹਾਂ ਬਿਲਕੁਲ। ਸੋ ਕੋਸ਼ਿਸ਼ ਇਹੀ ਰਹਿਣੀ ਚਾਹੀਦੀ ਹੈ ਕਿ ਅਸੀਂ ਉਸ ਚੀਜ਼ ਤੋਂ ਸਿੱਖੀਏ ਕਿ ਅਸੀਂ ਅੱਗੇ ਕੀ ਕਰ ਸਕਦੇ ਹਾਂ, ਆਪਣੇ ਆਪ ਨੂੰ ਸੁਧਾਰ ਸਕਦੇ ਹਾਂ ਜਾਂ ਕਿਸ ਜਗ੍ਹਾ ਦੇ ਉੱਤੇ ਸਾਨੂੰ ਹੋਰ ਅਸੀਂ ਆਪਣੀ ਕੇਅਰ ਕਰ ਸਕਦੇ ਹਾਂ ਕਿਸ ਤਰ੍ਹਾਂ। ਬਿਲਕੁਲ। ਹੁਣ ਇਸ ਸਾਰੇ ਫੇਜ਼ ਤੋਂ ਬਾਅਦ ਜਿੱਦਾਂ ਦੇ ਜਦੋਂ ਬੱਚਾ ਹੁੰਦਾ ਸੁੱਖੀ ਸਾਂਦੀ ਬੱਚੇ ਤੋਂ ਬਾਅਦ, ਜਿਵੇਂ ਪਹਿਲਾਂ ਨਾ 1.25 ਮਹੀਨਾ ਕਰਦੇ ਹੁੰਦੇ ਸੀ ਜਣੇਪੇ ਦੇ ਟਾਈਮ ਤੇ ਕੁੜੀ ਨੂੰ ਉਹਦੇ ਪੇਕੇ ਤੋਰ ਦੇਣਾ, ਕਿ ਸ਼ਾਇਦ ਇਹ ਸੱਚ ਵੀ ਸੀ ਕਿ ਇੱਕ ਮਾਂ ਆਪਣੀ ਧੀ ਦਾ ਜ਼ਿਆਦਾ ਖਿਆਲ ਰੱਖ ਸਕਦੀ ਹੈ, ਖਿਆਲ ਵੀ ਰੱਖਦੀ ਹੈ। ਮੇਰੇ ਖਿਆਲ ਨਾਲ ਗੱਲ ਵੀ ਤੁਸੀਂ ਸੌਖੀ ਕਰ ਸਕਦੇ ਹੋ ਮਾਂ ਨਾਲ। ਦੇਖੋ ਜਿਹੜਾ ਇਮੋਸ਼ਨਲ ਜਿਵੇਂ ਤੁਹਾਡੇ ਸਾਰੀਆਂ ਉਹ ਸੀਨਸ ਹੁੰਦੇ ਨੇ, ਇੱਕ ਧੀ ਆਪਣੀ ਮਾਂ ਦੇ ਨਾਲ ਜਾਂ ਆਪਣੇ ਪੇਕੇ ਘਰ ਦੇ ਵਿੱਚ ਸ਼ਾਇਦ ਉਹ ਜ਼ਿਆਦਾ ਸਹਿਜ ਮਹਿਸੂਸ ਕਰਦੀ ਹੈ, ਜ਼ਿਆਦਾ ਸੁਰੱਖਿਅਤ। ਪਰ ਅੱਜ ਕੱਲ੍ਹ ਸ਼ਾਇਦ ਇਸ ਚੀਜ਼ ਦੇ ਮਾਇਨੇ ਬਦਲ ਗਏ ਨੇ ਪਹਿਲੇ ਸਮਿਆਂ ਦੇ ਵਿੱਚ, ਕਿਉਂਕਿ ਸਮੇਂ ਹੋਰ ਸੀ, ਉਦੋਂ ਇਸ ਰਿਸ਼ਤੇ ਨੂੰ ਵੀ ਹੋਰ ਨਜ਼ਰ ਦੇ ਨਾਲ ਦੇਖਿਆ ਜਾਂਦਾ ਸੀ। ਅੱਜ ਕੱਲ੍ਹ ਤਾਂ ਸੱਸ ਨੂੰਹ ਦਾ ਰਿਸ਼ਤਾ ਵੀ ਬੜਾ ਕਰੀਬੀ ਹੋ ਗਿਆ। ਪਹਿਲਿਆਂ ਵੇਲਿਆਂ ਦੇ ਵਿੱਚ ਵੀ ਕੁਝ ਕੁ ਰਿਸ਼ਤੇ ਜ਼ਰੂਰ ਹੁੰਦੇ ਤੁਹਾਡੇ ਵੀ ਨੋਨ ਹੋਣਗੇ ਜਿਨ੍ਹਾਂ ਦੇ ਰਿਸ਼ਤੇ ਕਰੀਬੀ ਰਹੇ ਨੇ, ਪਰ ਆਮ ਤੌਰ ਤੇ ਜਿਵੇਂ ਸੱਭਿਆਚਾਰ ਦੇ ਵਿੱਚ ਦੇਖੀਏ ਬੋਲੀਆਂ ਵੀ ਸੱਸ ਨੂੰਹ ਦੀਆਂ ਜ਼ਿਆਦਾਤਰ ਗਿਲੇ ਸ਼ਿਕਵੇ ਵਾਲੀਆਂ ਹੀ ਬਣੀਆਂ ਸੀ। ਹੁਣ ਮੈਂ ਦੇਖਦੀ ਹਾਂ ਕਿ ਇੱਕ ਦੋ ਬੋਲੀਆਂ ਪਿਆਰ ਵਾਲੀਆਂ ਵੀ ਬਣੀਆਂ ਨੇ, ਪਰ ਇਹ ਸਾਰੀ ਜਿਹੜੀ ਚੀਜ਼ ਹੈ ਕਿਉਂਕਿ ਜਦੋਂ ਖਾਸ ਕਰਕੇ ਇਹਨਾਂ ਮੁਲਕਾਂ ਦੇ ਵਿੱਚ ਤੇ ਉਹ ਫੈਮਲੀਜ਼ ਜਿਹੜੀਆਂ ਨਿਊਕਲੀਅਰ ਫੈਮਲੀਜ਼ ਨੇ, ਜਿਹੜੇ ਇਕੱਲੇ ਕਪਲਸ ਨੇ, ਇੱਥੇ ਸਿੰਗਲ ਜਿਹੜੀਆਂ ਫੈਮਲੀਜ਼ ਨੇ, ਉਹਨਾਂ ਦੇ ਵਿੱਚ ਇਹ ਚੀਜ਼ਾਂ ਦਾ ਕਾਫੀ ਆਉਂਦਾ ਕਿ ਜਦੋਂ ਤੁਸੀਂ ਇਕੱਲੇ ਬੱਚੇ ਨੂੰ ਸਾਂਭ ਰਹੇ ਹੋ, ਕੰਮਕਾਰ ਵੀ ਦੇਖ ਰਹੇ ਹੋ, ਕੁਛ ਤਾਂ ਸ਼ਾਇਦ ਇਸ ਚੀਜ਼ ਨੂੰ ਸਾਂਭ ਲੈਂਦੇ ਨੇ।
ਕਈਆਂ ਦੇ ਲਈ ਇਹ ਜਿਹੜੇ ਇਮੋਸ਼ਨਸ ਨੇ ਉਹ ਹੈਂਡਲ ਕਰਨੇ ਬੇਸ਼ੱਕ ਤੁਸੀਂ ਬਿਕਾਜ਼ ਜਦੋਂ ਮੇਰੇ ਖਿਆਲ ਨਾਲ ਜਿਹੜਾ ਮਰਦ ਆ ਉਹਨੂੰ ਲੱਗਦਾ ਹੈ ਕਿ ਜੇ ਬੱਚਾ ਜਨਮ ਲੈ ਲਿਆ ਪਰ ਔਰਤ ਜੇ ਘਰੇ ਬੈਠੀ ਆ ਤੇ ਫਿਰ ਉਹ ਕੁਝ ਨਹੀਂ ਕਰ ਰਹੀ ਹੈਗੀ, ਜੇ ਬੱਚੇ ਨੂੰ ਸਾਂਭ ਵੀ ਰਹੀ ਹੈ ਤਾਂ ਵੀ ਕੀ ਆ। ਪਰ ਐਕਚੁਅਲੀ ਦੇ ਵਿੱਚ ਬੱਚੇ ਨੂੰ ਸਾਂਭਣਾ ਬਹੁਤ ਵੱਡੀ ਜੌਬ ਆ ਇੱਕ। ਦੇਖੋ ਉਹ ਵੀ ਹੈ, ਪਰ ਜਿਵੇਂ ਕਿ ਅਸੀਂ ਹਾਰਮੋਨਸ ਦੀ ਗੱਲ ਕੀਤੀ, ਉਹ ਜਦੋਂ ਤੁਹਾਡੇ ਅਪ ਡਾਊਨ ਫਿਰ ਇੱਕਦਮ ਉਹ ਘਟਨਾ, ਉਹ ਸਾਰਾ ਕੁਝ ਜਿਹੜਾ ਤੁਹਾਡੇ ਮੂਡ ਨੂੰ ਬਹੁਤ ਚੇਂਜ ਕਰਦਾ ਹੈ ਤੇ ਬਹੁਤ ਸਾਰੇ ਇਮੋਸ਼ਨਸ, ਕਈ ਵਾਰੀ ਤੁਹਾਡਾ ਦਿਲ ਕਰਦਾ ਹੁੰਦਾ, ਤੁਹਾਨੂੰ ਲੱਗਦਾ ਹੁੰਦਾ ਕਿ ਸਾਰੀ ਦੁਨੀਆ ਤੁਹਾਡੀ ਹੈ। ਖਾਸ ਕਰਕੇ ਜਦੋਂ ਜੇ ਤੁਸੀਂ ਬੱਚੇ ਨੂੰ ਜਨਮ ਦਿੱਤਾ ਤੇ ਬੱਚਾ ਤੁਹਾਡੇ ਹੱਥਾਂ ਦੇ ਵਿੱਚ ਹੈ, ਤੇ ਕਈ ਵਾਰ ਤੁਹਾਨੂੰ ਸ਼ਾਇਦ ਉਹ ਚੀਜ਼ ਚੰਗੀ ਵੀ ਨਾ ਲੱਗੇ। ਬਿਲਕੁਲ ਸਹੀ ਕਿ ਤੁਸੀਂ ਬਿਲਕੁਲ, ਅਸੀਂ ਕਿਸੇ ਨੂੰ ਜੱਜ ਨਹੀਂ ਕਰ ਸਕਦੇ ਕਿ ਕੌਣ ਕਿਵੇਂ ਮਹਿਸੂਸ ਕਰਦਾ ਹੈ। ਸੋ ਅੱਜ ਮਤਲਬ ਮੇਰੇ ਖਿਆਲ ਨਾਲ ਆਪਾਂ ਅਲੱਗ-ਅਲੱਗ ਪੜਾਵਾਂ ਦੀ ਗੱਲ ਕੀਤੀ ਹੈ ਕਿ ਹਰ ਮਤਲਬ ਕਿਤੇ ਨਾ ਕਿਤੇ, ਚਾਹੇ ਉਹ ਸਾਡਾ ਵਰਕ ਪਲੇਸ ਹੈ, ਚਾਹੇ ਸਾਡਾ ਘਰ ਆ, ਚਾਹੇ ਫਰੈਂਡ ਸਰਕਲ ਹੈ, ਚਾਹੇ ਸਕੂਲੀ ਬੱਚੇ ਨੇ, ਚਾਹੇ ਬਾਹਰ ਵਿਚਰਦੀ ਜ਼ਿੰਦਗੀ ਹੈ, ਚਾਹੇ ਮਾਈਗ੍ਰੇਟ ਨੇ ਜਿਹੜੇ ਇਮੀਗ੍ਰੈਂਟਸ ਆਏ ਹੋਏ ਨੇ, ਮਾਈਗ੍ਰੈਂਟਸ ਦੀ ਵੀ ਗੱਲ ਕੀਤੀ ਸੀ, ਚਾਹੇ ਉਹ ਘਰਾਂ ਦੇ ਵਿੱਚ ਬਜ਼ੁਰਗ ਨੇ। ਦੇਖੋ ਅਸੀਂ ਆਪਣੇ ਕਪਲਸ ਦੀ ਵੀ ਗੱਲ ਕਰਦੇ ਹਾਂ ਤੇ ਜ਼ਰੂਰੀ ਨਹੀਂ ਕਿ ਅਸੀਂ ਆਹ ਕੁੜੀਆਂ ਦੀ ਗੱਲ ਕੀਤੀ ਆ। ਨਹੀਂ ਡੈਫੀਨਿਟਲੀ ਕਿ ਇਹ ਮੈਡੀਕਲੀ ਅਸੀਂ ਦੇਖਦੇ ਹਾਂ ਕਿ ਇੱਕ ਮਦਰ ਨੂੰ ਇਹ ਸਾਰੀਆਂ ਪ੍ਰੋਬਲਮਸ ਆ ਸਕਦੀਆਂ, ਪਰ ਇੱਕ ਨਵੇਂ ਬਣੇ ਬਾਪ ਨੂੰ ਵੀ ਇਹ ਸਮੱਸਿਆ ਆ ਸਕਦੀ ਹੈ। ਬਿਲਕੁਲ ਆ ਸਕਦੀ, ਉਹ ਵੀ ਇੱਕ ਨਵੀਂ ਜ਼ਿੰਮੇਵਾਰੀ ਵਧਣ ਦੇ ਨਾਲ ਹੋ ਸਕਦਾ ਉਹ ਵੀ ਡਿਪਰੈਸਡ ਫੀਲ ਕਰੇ। ਇਹ ਬਰਾਬਰ ਮੈਨੂੰ ਲੱਗਦਾ ਹੁੰਦਾ ਕਿ ਸਾਰਿਆਂ ਦਾ ਖਿਆਲ ਰੱਖਣ ਦਾ ਫਰਜ਼ ਸਾਡਾ ਬਣਦਾ ਹੈ ਕਿ ਸਿਰਫ ਡਿਪਰੈਸ ਫੀਲ ਕਰਨ ਦੇ ਕਾਰਨ ਵੀ ਬੜੇ ਹੁੰਦੇ ਨੇ। ਕਈ ਵਾਰੀ ਕੀ ਹੁੰਦਾ ਕਿ ਫਾਈਨੈਂਸ਼ੀਅਲ ਵੀ ਤੁਹਾਡੇ ਤੇ ਪ੍ਰੈਸ਼ਰ ਜ਼ਿਆਦਾ ਹੋ ਜਾਂਦਾ ਹੈ ਨਾ, ਜੇ ਸਪੈਸ਼ਲੀ ਇੱਕ ਇਨਸਾਨ ਕਮਾ ਰਿਹਾ ਆ, ਜੇ ਸਿਰਫ ਇੱਕ ਮੇਲ ਕਮਾ ਰਿਹਾ ਹੈ, ਔਰਤ ਕੰਮ ਨਹੀਂ ਕਰ ਰਹੀ, ਤੇ ਕਿੱਥੇ 2 ਜਣਿਆਂ ਦਾ ਖਰਚਾ ਹੋਣਾ, ਕਿੱਥੇ 3 ਜਣਿਆਂ ਦਾ ਹੋਣਾ ਆ। ਸੋ ਉਹ ਵੀ ਬਹੁਤ ਵੱਡੀ ਜ਼ਿੰਮੇਵਾਰੀ ਇੱਕ ਵਾਰੀ ਲੱਗਣ ਲੱਗ ਜਾਂਦੀ ਹੈ ਨਾ ਆਦਮੀ ਨੂੰ ਕੰਮ ਕਰਦੇ ਕਰਦੇ, ਕਿ ਸ਼ਾਇਦ ਬਹੁਤ ਵੱਡਾ ਇੱਕ ਨਵਾਂ ਖਰਚਾ ਸ਼ੁਰੂ ਹੋ ਗਿਆ। ਦੇਖੋ ਇਹ ਵੀ ਡੈਫੀਨੇਟਲੀ ਬੜਾ ਵੈਲਿਡ ਪੁਆਇੰਟ, ਇੱਕ ਬੜਾ ਵੱਡਾ ਇਹ ਵੀ ਜਸਪ੍ਰੀਤ ਪੁਆਇੰਟ ਹੈ। ਕੁਝ ਪਰਿਵਾਰਾਂ ਦੇ ਵਿੱਚ ਮੈਂ ਇਹ ਵੀ ਮਹਿਸੂਸ ਕੀਤਾ ਹੈ ਕਿ ਬੱਚਾ ਹੋਣ ਤੋਂ ਬਾਅਦ ਉਹ ਜਿਹੜਾ ਬਾਪ ਹੈ, ਮਰਦ ਹੈ, ਉਹਨੂੰ ਲੱਗਦਾ ਹੈ ਜੀ ਕਿ ਉਹਦੀ ਵਾਈਫ ਹੁਣ ਬੱਚੇ ਵੱਲ ਜ਼ਿਆਦਾ ਧਿਆਨ ਦਿੰਦੀ ਹੈ ਤੇ ਉਹਦੇ ਵੱਲ ਧਿਆਨ ਨਹੀਂ ਦਿੰਦੀ। ਸੋ ਇਹ ਬੜਾ ਇੱਕ ਨੈਚੁਰਲ ਮੈਕੈਨਿਕ ਪ੍ਰੋਸੈਸ ਹੈ, ਪਰ ਹੌਲੀ ਹੌਲੀ, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਅੱਗੋਂ ਆਪਣਾ ਵੰਸ਼ ਸਾਰਿਆਂ ਨੂੰ ਪਿਆਰਾ ਹੁੰਦਾ ਹੈ, ਪਰ ਫਿਰ ਵੀ ਕਿਤੇ ਨਾ ਕਿਤੇ ਇਹ ਚੀਜ਼ਾਂ ਜਿਹੜੀਆਂ ਨੇ, ਸਮੱਸਿਆਵਾਂ ਦਰਪੇਸ਼ ਆਉਂਦੀਆਂ ਨੇ। ਬਿਲਕੁਲ, ਮੈਂ ਉਹੀ ਨਿੱਕੀਆਂ ਨਿੱਕੀਆਂ ਗੱਲਾਂ ਦਾ ਜੇ ਆਪਾਂ ਧਿਆਨ ਰੱਖਣਾ ਸ਼ੁਰੂ ਕਰ ਦਈਏ, ਮੇਰੇ ਖਿਆਲ ਨਾਲ ਅੱਧਾ ਡਿਪਰੈਸ਼ਨ ਤੇ ਆਪਾਂ ਖਤਮ ਕਰ ਸਕਦੇ ਹਾਂ, ਹੈ ਨਾ। ਬੇਸ਼ੱਕ ਉਹ ਆਪਸੀ ਗੱਲਬਾਤ ਆ, ਚਾਹੇ ਕੰਮਾਂ ਤੇ, ਚਾਹੇ ਘਰਾਂ ਦੇ ਵਿੱਚ, ਚਾਹੇ ਬੱਚਿਆਂ ਦੇ ਨਾਲ, ਜਾਂ ਜੇ ਬੱਚਿਆਂ ਦੇ ਸਕੂਲਾਂ ਦੇ ਵਿੱਚ, ਜੇ ਬੱਚੇ ਆਪਸ ਦੇ ਵਿੱਚ ਗੱਲ ਕਰਨ। ਸੋ ਨਿੱਕੀਆਂ ਨਿੱਕੀਆਂ ਗੱਲਾਂ ਹੀ ਜੇ ਆਪਾਂ ਕਰੀਏ ਤਾਂ ਬਹੁਤ ਸਾਰੀਆਂ ਮੁਸੀਬਤਾਂ ਤੋਂ ਅਸੀਂ ਛੁਟਕਾਰਾ ਵੀ ਪਾ ਸਕਦੇ ਹਾਂ। ਬਿਲਕੁਲ, ਮੈਂ ਬੜੀ ਕਰੀਬੀ 1-2 ਅਜਿਹੇ ਭੈਣਾਂ ਭਰਾਵਾਂ ਨੂੰ ਜਾਣਦੀ ਹਾਂ ਜਿਹੜੇ ਕਿ ਲੰਬਾ ਸਮਾਂ ਇਕੱਲਿਆਂ ਰਹਿਣ ਕਰਕੇ ਕਾਫੀ ਮਾਨਸਿਕ ਬਿਮਾਰੀਆਂ ਤੋਂ ਪੀੜਤ ਹੋਏ ਨੇ ਤੇ ਉਹ ਕਾਫੀ ਵਰਸਟ ਹੋ ਚੁੱਕੀਆਂ ਨੇ। ਬਹੁਤ ਕੋਸ਼ਿਸ਼ ਕਰਨੀ ਪੈ ਰਹੀ ਹੈ ਉਹਨਾਂ ਨੂੰ ਉਹਨਾਂ ਤੋਂ ਬਾਹਰ ਆਉਣ ਦੀ, ਪਰ ਫਿਰ ਵੀ ਅਸੀਂ ਜੇਕਰ ਪਹਿਚਾਣ ਸਕਦੇ ਹਾਂ ਕਿ ਸਾਡੇ ਆਸ-ਪਾਸ ਕੋਈ ਇਸ ਤਰ੍ਹਾਂ ਦਾ ਇਨਸਾਨ ਹੈ ਜਿਹਨੂੰ ਥੋੜੀ ਜਿਹੀ ਮਦਦ ਦੀ ਲੋੜ ਹੈ, ਜੇ ਉਹ ਸਾਡੀ ਥੋੜੀ ਜਿਹੀ ਮਦਦ ਦੇ ਨਾਲ ਸ਼ਾਇਦ ਆਪਣੇ ਜੀਵਨ ਦੇ ਵਿੱਚ ਸੁਧਾਰ ਕਰ ਸਕੇ, ਉਹ ਆਪਣੀ ਜ਼ਿੰਦਗੀ ਦੇ ਵਿੱਚ ਵਾਪਸ ਆ ਸਕੇ। ਕਿਉਂਕਿ ਕਈ ਭੈਣ ਭਰਾ, ਮੈਂ ਜਿੱਦਾਂ ਗੱਲ ਕੀਤੀ ਸੀ ਕਿ ਬੜੇ ਕਾਬਲ ਹੋਣ ਦੇ ਬਾਵਜੂਦ ਵੀ ਉਹ ਆਪਣੇ ਆਪ ਨੂੰ, ਆਪਣੀ ਜ਼ਿੰਦਗੀ ਦੀ ਗੱਡੀ ਨੂੰ ਲੀਹ ਤੇ ਨਹੀਂ ਰੱਖ ਸਕੇ। ਸੋ ਇਹ ਕੱਲ ਨੂੰ ਤੁਹਾਡੇ ਜਾਂ ਮੇਰੇ ਨਾਲ ਵੀ ਹੋ ਸਕਦਾ ਹੈ, ਕਿਉਂਕਿ ਤੁਹਾਨੂੰ ਸਮੇਂ ਦਾ ਕੁਝ ਨਹੀਂ ਪਤਾ ਕਿ ਕਿਹੜੇ ਵੇਲੇ ਕੀ ਤੁਹਾਡਾ ਜਿਹੜਾ ਹਾਲ ਹੋਣਾ ਜਾਂ ਤੁਸੀਂ ਕਿਹੜੇ ਪਾਸੇ ਨੂੰ ਜਾਣਾ ਹੈ। ਅਸੀਂ ਸਿਰਫ ਕੋਸ਼ਿਸ਼ ਕਰ ਸਕਦੇ ਹਾਂ, ਤੇ ਉਹ ਕੋਸ਼ਿਸ਼ ਮੇਰੇ ਖਿਆਲ ਨਾਲ ਜਿਹੜੀ ਸਭ ਤੋਂ ਪਹਿਲੀ ਕੋਸ਼ਿਸ਼ ਹੈ ਸਾਨੂੰ ਆਪ ਹੀ ਕਰਨੀ ਪੈਣੀ ਹੈ। ਬਿਲਕੁਲ ਬਿਲਕੁਲ, ਜੇ ਅਸੀਂ ਕਿਸੇ ਦੀ ਹੈਲਪ ਕਰ ਰਹੇ ਹਾਂ ਤੇ ਕਿਸੇ ਦੀ ਹੈਲਪ ਅਸੀਂ ਤਾਂ ਹੀ ਕਰ ਸਕਦੇ ਹਾਂ ਜੇ ਉਹ ਬੰਦਾ ਆਪਣੀ ਹੈਲਪ ਤੁਹਾਡੀ ਲੈ ਕੇ ਆਪ ਵੀ ਜੋ ਚਾਹੁੰਦਾ ਆ। ਇਹ ਤੁਹਾਡਾ ਇੱਕ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪ ਕੀ ਚਾਹੁੰਦੇ ਹੋ। ਜੇ ਆਪ ਤੁਸੀਂ ਉਸੇ ਦਲਦਲ ਦੇ ਵਿੱਚ ਹੀ ਗਿਰਨਾ ਚਾਹੁੰਦੇ ਹੋ ਤੇ ਫਿਰ ਜਿੰਨਾ ਮਰਜ਼ੀ ਕੋਈ ਖਿੱਚੀ ਜਾਵੇ ਉਹ ਚੀਜ਼ ਗੱਲ ਬਣਨੀ ਨਹੀਂ ਹੈਗੀ, ਹੈ ਨਾ। ਸੋ ਕੋਸ਼ਿਸ਼ ਆਪ ਹੀ ਕਰਨੀ ਪੈਣੀ ਹੈ ਕਿ ਤੁਸੀਂ ਆਪ ਪਹਿਲ ਕਰੋ। ਜੇ ਤੁਹਾਨੂੰ ਲੱਗਦਾ ਆ ਕਿ ਤੁਹਾਡੇ ਨਾਲ ਕਿਸੇ ਵੀ ਤਰ੍ਹਾਂ ਦੀ ਤੁਹਾਡੇ ਅੰਦਰ ਕਸ਼ਮਕਸ਼ ਚੱਲ ਰਹੀ ਆ, ਉਸ ਨੂੰ ਗੱਲਬਾਤ ਕਰੋ, ਉਸ ਨੂੰ ਚਾਹੇ ਆਪਣੇ ਦੋਸਤ ਨਾਲ ਸ਼ੇਅਰ ਕਰੋ, ਵਰਕ ਪਲੇਸ ਦੇ ਉੱਤੇ ਆਪਣੇ ਕੋਲੀਗਸ ਨਾਲ ਸ਼ੇਅਰ ਕਰੋ, ਆਪਣੇ ਪਾਰਟਨਰ, ਆਪਣੇ ਘਰੇ ਪਰਿਵਾਰਾਂ ਦੇ ਵਿੱਚ ਸ਼ੇਅਰ ਕਰੋ, ਤਾਂ ਕਿ ਤੁਸੀਂ ਐਟਲੀਸਟ ਇਸ ਬਿਮਾਰੀ ਤੋਂ ਥੋੜਾ ਜਿਹਾ ਦੂਰ ਰਹਿ ਸਕੋ। ਦੇਖੋ ਬਿਲਕੁਲ ਤੁਸੀਂ ਸਹੀ ਕਿਹਾ, ਦਰੁਸਤ ਕਿਹਾ। ਜਿਵੇਂ ਪੁਰਾਣੇ ਸਮੇਂ ਦੇ ਵਿੱਚ ਨਾ ਆਪਾਂ ਅੱਗੇ ਗੱਲ ਕਰਦੇ ਸੀਗੇ ਕਿ ਜਦੋਂ ਅਸੀਂ ਹਰ ਵਾਰੀ ਅਸੀਂ ਓਨੈਸਟ ਨਹੀਂ ਹੁੰਦੇ ਹਰ ਰਿਲੇਸ਼ਨ ਦੇ ਵਿੱਚ,
ਕਿਸੇ ਕਿਸੇ ਰਿਲੇਸ਼ਨਸ਼ਿਪ 'ਚ ਤੁਸੀਂ ਓਨੈਸਟ ਹੁੰਦੇ ਹੋ, ਕਿਸੇ ਕਿਸੇ ਰਿਲੇਸ਼ਨਸ਼ਿਪ 'ਚ ਤੁਸੀਂ ਪ੍ਰਟੈਂਡ ਕਰਦੇ ਹੋ, ਜਿਵੇਂ ਅਸੀਂ ਗੱਲ ਕਰ ਚੁੱਕੇ ਹਾਂ ਜੀ। ਪਹਿਲੇ ਸਮੇਂ ਦੇ ਵਿੱਚ ਨਾ ਇੱਕ ਕਹਾਵਤ ਹੁੰਦੀ ਸੀ ਜਾਂ ਅੱਜ ਕੱਲ ਵੀ ਆਮ ਕਹਿ ਦਿੰਦੇ ਨੇ ਆਪਣੇ ਕਿ ਸਾਧਾਂ ਨੂੰ ਕੀ ਸਵਾਦਾਂ ਨਾਲ। ਸੋ ਅਸਲ ਦੇ ਵਿੱਚ ਜਿਹੜਾ ਇਨਸਾਨ ਅਣਭੋਲ ਹੁੰਦਾ ਉਹਨੂੰ ਇਹ ਹੁੰਦਾ ਕਿ ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਤੁਸੀਂ ਕਿਸੇ ਖਾਸ ਚੀਜ਼ ਦੇ ਲਈ ਆਪਣੀ ਦਿੱਖ ਨੂੰ ਇਦਾਂ ਦਾ ਬਣਾਉਣਾ ਜਾਂ ਖਾਣਿਆਂ ਦੇ ਵਿੱਚ ਤੁਹਾਨੂੰ ਇਸ ਖਾਸ ਤਰ੍ਹਾਂ ਦਾ ਹੀ ਭੋਜਨ ਚਾਹੀਦਾ ਹੈ, ਜਾਂ ਉਹ ਪਾਉਣ ਲਾਉਣ ਦੀ ਗੱਲ ਵੀ ਹੋ ਸਕਦੀ ਹੈ, ਤੁਹਾਡੇ ਖਾਣਿਆਂ ਦੀ ਗੱਲ ਵੀ ਹੋ ਸਕਦੀ ਹੈ, ਤੁਹਾਡੀ ਦਿੱਖ ਦੀ ਗੱਲ ਵੀ ਹੋ ਸਕਦੀ ਹੈ, ਜਾਂ ਅਸੀਂ ਇਹਨੂੰ ਲੋਕ ਵਿਖਾਵੇ ਦੇ ਨਾਲ ਜੋੜ ਲਈਏ। ਬਿਲਕੁਲ ਬਹੁਤ ਵਾਰ ਅਸੀਂ ਲੋਕ ਦਿਖਾਵੇ ਦੇ ਲਈ ਔਖਿਆਂ ਹੋ ਕੇ ਕੁਝ ਕੰਮ ਕਰਦੇ ਹਾਂ, ਜਿਸ ਦੇ ਨਾਲ ਸਾਨੂੰ ਕਈ ਵਾਰੀ ਭਿਆਨਕ ਨਤੀਜੇ ਵੀ ਭੁਗਤਣੇ ਪੈਂਦੇ ਨੇ। ਬਿਲਕੁਲ ਸਹੀ। ਇਹ ਵੀ ਕਈ ਵਾਰੀ ਸਾਡੇ ਸਟ੍ਰੈਸ ਦਾ ਕਾਰਨ ਬਣਦੀਆਂ ਜੀ ਬਿਲਕੁਲ। ਜਦੋਂ ਅਸੀਂ ਕਿਸੇ ਹੱਦ ਤੋਂ ਉੱਪਰ ਲੰਘ ਕੇ ਕੋਈ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਡੈਫੀਨੇਟਲੀ ਉਹ ਨਤੀਜੇ ਸਹੀ ਨਹੀਂ ਆਉਣਗੇ। ਬਿਲਕੁਲ। ਤੇ ਜੇ ਅਸੀਂ ਓਨੈਸਟਲੀ ਆਪਣੀ ਜ਼ਿੰਦਗੀ ਦੇ ਵਿੱਚ ਜੋ ਅਸੀਂ ਹਾਂ ਉਹ ਹਾਂ, ਤੇ ਜੋ ਅਸੀਂ ਜਿੰਨੇ ਕ ਅਸੀਂ ਹੈਗੇ ਆ ਉਨੇ ਹੀ ਦਿਖਾ ਰਹੇ ਆ। ਜਿਵੇਂ ਸਿਆਣੇ ਕਹਿੰਦੇ ਸੀ ਨਾ, ਚਾਦਰ ਦੇਖ ਕੇ ਜਦੋਂ ਪੈਰ ਪਸਾਰਦੇ ਆ, ਤੇ ਬਿਲਕੁਲ